ਵਾਹਿਗੁਰੂ 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 ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਦ ਸ਼ਾਹੋ। ਜਿਸ ਪਾਸ ਬੈਠਿਆ ਸੋਹੀ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਨਾਖਸ ਮਾਰ ਪਚਾਇਆ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਨਾਖਸ ਮਾਰ ਪਚਾਇਆ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾ ਕੀ ਪੈਜ ਰਖ ਤੂੰ ਸੁਆਮੀ। ਭਗਤ ਤੇਰੀ ਸਰਣਾਈ, ਹਰ ਜੀ ਇਹ ਤੇਰੀ ਵਡਿਆਈ। ਭਗਤਾ ਕੀ ਪੈਜ ਰਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਵਰ ਛਤਰ ਤਖਤ ਦੇ ਮਾਲਕ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਪਾਵਨ ਪਵਿੱਤਰ ਗੋਦ ਅੰਦਰ ਸੁਭਾਏਮਾਨ, ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ।
ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦਾ ਸਦਕਾ ਹੁਣ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਇਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਰਿਆਦਾ ਹੈ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰਦੇਵ ਆਪ ਬਖਸ਼ਿਸ਼ ਕਰਕੇ ਦਿਆਲਤਾ ਕਰਕੇ ਸਿੱਖ ਸੰਗਤਾਂ ਤਾਈਂ ਸਰਵਣ ਕਰਵਾਉਂਦੇ ਹਨ। ਤੇ ਇਸ ਦੀ ਵਿਚਾਰ ਇਸ ਸਥਾਨ ਤੇ ਹਰ ਰੋਜ਼ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦੁਆਰਾ ਹੁੰਦੀ ਹੈ। ਉਸ ਦਾ ਸਮਾਂ ਹੋਇਆ ਹੈ। ਆਓ ਜੋ ਦੀਨ ਦੁਨੀਆ ਦੇ ਵਾਲੀ ਕਿਰਪਾਲੂ ਸਤਿਗੁਰੂ ਸਾਹਿਬ ਅੱਜ ਦੇ ਦਿਹਾੜੇ ਸਾਡੇ ਤੇ ਰਹਿਮਤ ਬਖਸ਼ਿਸ਼ ਕਿਰਪਾ ਕਰ ਰਹੇ ਨੇ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ, ਪ੍ਰੇਮ ਸਤਿਕਾਰ ਸਾਹਿਬ ਜਪੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਘਰ ਪਹਿਲੇ ਸਰਤਾਲ ਵਿੱਚ ਇਹ ਤਿੰਨ ਤੁਕੀਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ। ਇਸ ਪਾਵਨ ਸ਼ਬਦ ਦੀ ਉਥਾਨਕਾ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਿਸ ਨੂੰ ਉਸ ਸਮੇਂ ਦਾ ਬੜਾ ਜ਼ਿਆਦਾ ਸਿਆਣਾ ਵਜ਼ੀਰ ਮੰਨਿਆ ਗਿਆ ਹੈ, ਬੀਰਬਲ, ਜਿਸ ਨੂੰ ਬਾਦਸ਼ਾਹ ਅਕਬਰ ਨੇ ਉਹਦੀ ਵਿਦਿਆ ਤੋਂ ਖੁਸ਼ ਹੋ ਕਰਕੇ, ਉਹਦੀ ਚਲਾਕੀ, ਉਹਦੀ ਬੁੱਧੀ ਤੋਂ ਖੁਸ਼ ਹੋ ਕਰਕੇ ਇਹ ਆਦੇਸ਼ ਦਿੱਤਾ ਹੈ ਜਾਂ ਇਵੇਂ ਕਹਿ ਲਵੋ ਕਿ ਇਹ ਉਹਦੇ ਨਾਲ ਭਲਾਈ ਕੀਤੀ, ਉਹਨੂੰ ਇਨਾਮ ਦਿੱਤਾ ਕਿ ਜਿੰਨੇ ਵੀ ਬੋਧੀਧਾਰੀ ਹਿੰਦੂ ਹਨ ਤੂੰ ਪਰ ਬੋਧੀ ਉਹਨਾਂ ਪਾਸੋਂ 1 ਰੁਪਈਆ ਗਰਾ ਕੇ ਤੇ ਆਪਣੇ ਪਾਸ ਰੱਖ ਲਿਆ ਕਰ। ਸੋ ਉਸ ਸਮੇਂ ਇਹ ਵੱਖੋ ਵੱਖਰੇ ਇਲਾਕਿਆਂ ਤੋਂ ਇਹ ਬੋਧੀ ਦਾ ਰੁਪਈਆ ਗਰਾਉਂਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਿਆ ਹੈ। ਇੱਥੇ ਜਿੰਨੇ ਰਹਿਣ ਵਾਲੇ ਹਿੰਦੂ ਸਨ ਉਹਨਾਂ ਨੂੰ ਇਕੱਤਰ ਕੀਤਾ, ਕਹਿਣ ਲੱਗਾ ਜਾਓ ਭਾਈ, ਜੋ ਬਾਦਸ਼ਾਹ ਦਾ ਹੁਕਮ ਹੈ ਕਿ ਪਰ ਬੋਧੀ 1 ਰੁਪਈਆ ਮੈਨੂੰ ਦਿੱਤਾ ਜਾਵੇ, ਉਹ ਲਿਆ ਕਰਕੇ ਦੇਵੋ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿਣ ਵਾਲੇ ਹਿੰਦੂਆਂ ਨੇ ਬੇਨਤੀ ਕੀਤੀ, ਭਾਈ ਅਸੀਂ ਕੋਈ ਬਹੁਤੀ ਕਮਾਈ ਨਹੀਂ ਕਰਦੇ, ਇੱਥੇ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਵਾਸਤੇ ਲੰਗਰ ਚਲਾਇਆ ਹੋਇਆ ਹੈ, ਉਸ ਲੰਗਰ ਚੋਂ ਪ੍ਰਸ਼ਾਦਾ ਛਕ ਕਰਕੇ ਤੇ ਸਾਡਾ ਨਿਰਵਾਹ ਹੁੰਦਾ। ਤੂੰ ਇੱਥੋਂ ਤੱਕ ਆਇਆ, ਤੇਰੇ ਬੜੇ ਵੱਡੇ ਕਰਮ, ਆ ਚੱਲ ਚੱਲ ਕੇ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕ, ਤੇਰਾ ਵੀ ਭਲਾ ਹੋਵੇਗਾ। ਪਰ ਜੇ ਤੂੰ ਆਖੇ ਕਿ ਬੋਧੀ ਰੁਪਈਆ ਤੈਨੂੰ ਦਿੱਤਾ ਜਾਵੇ, ਇਹ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਉਸ ਸਮੇਂ ਕਹਿਣ ਲੱਗਾ ਕਿ ਆਪਣੇ ਨਾਂ ਇੱਥੇ ਲਿਖਾ ਦੇਵੋ, ਮੈਂ ਲੈ ਕਰਕੇ ਸਾਰਿਆਂ ਪਾਸੋਂ ਜਾਵਾਂਗਾ ਤੇ ਇਸ ਜਿਸ ਨੂੰ ਗੁਰੂ ਘਰ ਵੇਖ ਕਹਿੰਦੇ ਹੋ ਇਹਨੂੰ ਵੀ ਮੈਂ ਵੇਖ ਲਵਾਂਗਾ। ਕਹਿੰਦੇ ਬਚਨ ਹੀ ਕਰ ਰਿਹਾ ਸੀ ਕਿ ਇੰਨੇ ਚਿਰ ਨੂੰ ਬਾਦਸ਼ਾਹ ਦਾ ਪਰਵਾਨਾ ਆਇਆ ਕਿ ਸ੍ਰੀਨਗਰ ਵਿੱਚ ਫੌਜਾਂ 'ਚ ਵਿਦਰੋਹ ਹੋ ਗਿਆ, ਤੂੰ ਜਾ ਕੇ ਉੱਥੇ ਸਾਂਭ ਸੰਭਾਲ ਕਰ। ਇਹ ਇੱਥੋਂ ਵਾਪਸ ਚੱਲਿਆ ਹੈ। ਸਿੱਖਾਂ ਨੇ ਜਾ ਕਰਕੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਦਾ ਵਜ਼ੀਰ, ਆਲਾ ਵਜ਼ੀਰ ਬੀਰਬਲ ਆਇਆ ਸੀ ਬਾਦਸ਼ਾਹ ਅਕਬਰ ਦਾ, ਉਹਨੇ ਆਣ ਕਰਕੇ ਬੜੀ ਸਖਤਾਈ ਕੀਤੀ। ਉਹ ਕਹਿੰਦਾ ਸੀ ਪਰ ਬੋਧੀ 1 ਰੁਪਈਆ ਮੈਂ ਲਵਾਂਗਾ ਤੁਹਾਡੇ ਪਾਸੋਂ। ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਸੰਗਤਾਂ ਤਾਂ ਹੀ ਤੁਸੀਂ ਕੋਈ ਬਚਨ ਕੀਤਾ? ਕਹਿਣ ਲੱਗੇ ਮਹਾਰਾਜ ਅਸੀਂ ਕਿਹਾ ਸੀ ਕਿ ਆਓ ਚੱਲ ਕਰਕੇ ਪ੍ਰਸ਼ਾਦਾ ਛਕੋ, ਤੁਹਾਡਾ ਭਲਾ ਹੋਵੇਗਾ, ਗੁਰੂ ਕਾ ਲੰਗਰ ਚੱਲ ਰਿਹਾ ਹੈ। ਮਹਾਰਾਜ ਉਹਨੇ ਆਖਿਆ ਮੈਂ ਲੰਗਰ ਛਕਣ ਨਹੀਂ ਆਇਆ, ਮੈਂ ਇਸ ਘਰ ਨੂੰ ਜਿਸ ਨੂੰ ਗੁਰੂ ਘਰ ਕਹਿੰਦੇ ਇਹਨੂੰ ਵੀ ਵੇਖ ਲਵਾਂਗਾ, ਮੈਂ ਬੜੀ ਛੇਤੀ ਨਾਲ ਮੁੜ ਕੇ ਆਵਾਂਗਾ। ਸਾਡੇ ਸਾਰਿਆਂ ਦੇ ਨਾਂ ਲਿਖ ਕੇ ਲੈ ਗਿਆ।
कि वापस आण करके तुहाडे पासों जिहड़ा मेरा रुपया है मैं छड्डदा नहीं, तुहाडे सारियां पासों कर लै करके जावांगा। उस समय सतगुरु साहब जी ने सुभाविक बचन कीते, कहण लगे जिहड़ा गुरु घर दा नरादर करदा है, जिहड़ा गुरु घर नाल मत्था लाउणा चाहुंदा है, वो आपे ही गल सड़ जावेगा, दोबारा वापस नहीं आउंदा। परमेश्वर दा भाणा श्रीनगर विच ही ਇਹਦੀ बर्फ ਦੀ लाग लगन करके गल करके मौत हो गई, ਉੱਥੋਂ ਦੁਬਾਰਾ ਵਾਪਸ नहीं आया। ਉਹ खबर जिस समय श्री गोविंदवाल साहब विखे पहुंची, सिख संगतां ने आण के बेनती की, महाराज आप जी ने बड़ी कृपा की, बड़ी दयालता की है, सो आप जी की बख्शिश सदका वो बीरबल उत्थे गल खप गया है। तो कृपालू सतगुरु साहब जी ने उस समय ये रखिया का शब्द कि भाई परमेश्वर वाहिगुरू धुर तो ही जिहड़े उहदी सिमरन भगती करते हैं उन्हां दी राखी करदा आया है। ये रखिया का शब्द उचारण किया। पहला मंगल करते हैं एको अद्वैत ब्रह्म ओंकार जो सारियां दा प्रकाशक है, पूरे गुरां दी कृपा द्वारा प्राप्त हुंदा है जी। भगता दी सदा तू रखदा हर जियो। हे अकाल पुरख वाहिगुरू जी, महाराज बख्शिश कर रहे ने गुरदेव अकाल पुरख आप जी धुर तो ही सदा तो ही आप जी अपने भगतां दी रखिया करते आए। जो आप जी दे भगत जन जो बचन कर देंदे हन उसकी भी आप जी पालना करते। भगत मुखे ते बोलदे से वचन हवंदे। जो आप जी दे भगत अपने मुखार बिंद तो कह देंदे वो वचन पूरे करने वाले भी आप जी हो। भगतां दी पैज भी आप जी रखण वाले हो जी। धुर तू रखदा आया। ये हुण नहीं कोई कि हुणे ही रखिया कर रहे हो, धुर तो ही सतयुग काल तो ही आप जी अपने भगतां दी रखिया करदे आए हो जी। प्रहलाद जन तुद राख लए हर जियो। हे अकाल पुरख वाहिगुरू जी, पहले काल विच भी आप जी ने अपने प्यारे भगत प्रहलाद जी की रखिया की है, जिसका अपना पिता ही उसका वैरी हो करके बैठा होया सी, जिसने कदी जल विच सुटना किया है। कारण की है? हरनाक्ष ने जिस समय भगती करके तप करके ये बचन लै लए कि ना मैं दिने मरा ना रात मरा, ना अंदर मरा ना बाहर मरा, ना आकाश ते ना धरती ते मैनू किते थां ते भी मौत ना आवे। जिस समय ये बचन लै लिया तो उस समय ये जो मनमुखा वाली रीति नूं धारण कर लिया कि अहं ब्रह्म असमी, मैं ही खुदा हाँ, मैं ही रब हाँ, मैं ही ब्रह्म हाँ। उस समय जाप जपाउणा कीता, जले हरनाक्ष थले हरनाक्ष, जिथे भी है सारियां थावां दे उत्ते हरनाक्ष दा ही जाप होवे, कोई दूसरा जाप ना जपिया जावे। धन भगत प्रहलाद जी, धन इन्हां दी सुचज्जी माता जिसने ये सिखाया कि पुत्र ये सारियां जीवां नूं रोजी देण वाला गोबिंद परमेश्वर वाहिगुरू, तू उहदा जाप करया कर। जिस समय वखरा जाप आरंभ कर दिता, नाल दे संगीਆਂ साथियां नूं भी सिखाउण डै पए। उस समय संडा ते मरका नामी इन्हां दे उस्तादां दा नाम भगत प्रहलाद जी दे दा आउंदा है कि उन्होंने जा करके हरनाक्ष के पास पुकार की है कि तेरा पुत्र आप ते विगड़िया ही होया है। बादशाह का पुत्र जान करके मैं इसनूं रोकिया नहीं, असी रोकते नहीं सा, पर हुण इन्होंने सारे चाटड़े सारे विद्यार्थी विगाड़ दिते ने, सारे ही तुहाडा जाप छड्ड के ते राम राम का सिमरन करन लग पए ने, इन्हां दा कुछ कीता जाए। उस समय बड़ा समझाया पिता ने कि सारा ही देश मेरी भगती करता है, तू भी मेरी करया कर, तू तो मेरा पुत्र है। उस समय कह दिता परमेश्वर के प्यारे भगत प्रहलाद जी ने बालक अवस्था में कि नहीं पिता जी, परमेश्वर की भगती उचित है, अपना नाम जपाउणा उचित नहीं है संसार के उत्ते। जिस परमेश्वर ने तुहाडे ते बख्शिश की है वो परमेश्वर सारियां नूं फल वरदाता है, सारियां नूं रोजी देण वाला। उस समय कहन लगा चंगा फिर जे तेनू इवें लगता जे भला मैं तेनू छोटे जे नूं जल च डबो के मार देवां ते फिर तेरी रखिया कौन करे। उस समय जल दे विच धक्का दे दिता, सुट दिता।
ਸੋ ਬਾਲਕ ਦੀ ਕਹਿੰਦੇ ਵਰਨ ਦੇਵਤੇ ਨੇ ਆਪ ਰੱਖਿਆ ਕੀਤੀ ਹੈ। ਫਿਰ ਉੱਥੋਂ ਬਚ ਗਏ। ਜਦੋਂ ਉੱਥੋਂ ਬਚੇ ਤੇ ਫਿਰ ਭੈਣ ਹੋਲਕਾ ਕਹਿਣ ਲੱਗੀ ਮੈਂ ਅਗਨੀ ਚ ਲੈ ਕਰਕੇ ਬੈਠ ਜਾਨੀ, ਮੈਂ ਸੂਰਜ ਦੀ ਭਗਤੀ ਕਰਕੇ ਉਹਦੇ ਪਾਸੋਂ ਚਾਦਰ ਪ੍ਰਾਪਤ ਕੀਤੀ ਹੈ, ਮੈਨੂੰ ਕਿਸੇ ਵੀ ਤਰੀਕੇ ਦੀ ਅੱਗ ਸਾੜ ਨਹੀਂ ਸਕਦੀ। ਬੈਠੀ ਪਰਮੇਸ਼ਰ ਨੇ ਇਹੋ ਜਿਹੀ ਕਿਰਪਾ ਕੀਤੀ, ਉਹ ਚਾਦਰ ਲੱਥ ਕਰਕੇ ਤੇ ਉਸ ਬੱਚੇ ਤੇ ਡਿੱਗ ਪਈ, ਉਹ ਫਿਰ ਬਚ ਗਿਆ। ਫਿਰ ਭਾਈ ਥੰਮ ਤੱਤੇ ਕਰਾ ਦਿੱਤੇ, ਕਹਿਣ ਲੱਗੇ ਹੁਣ ਇਹਨਾਂ ਨੂੰ ਗਲਵੱਕੜੀ ਪਾ, ਵੇਖਦੇ ਆ ਤੇਰਾ ਪਰਮੇਸ਼ਰ ਤੇਰੀ ਰੱਖਿਆ ਕਰਦਾ ਤੇ ਨਹੀਂ ਕਰਦਾ। ਉਸ ਸਮੇਂ ਨਰਸਿੰਘ ਰੂਪ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਕਹਿੰਦੇ ਭਾਈ ਇਸ ਭਗਤ ਪ੍ਰਹਿਲਾਦ ਦੀ ਰੱਖਿਆ ਕਰਨਾ ਕੀਤੀ। ਉਸ ਸਮੇਂ ਸਾਰੇ ਬਚਨ ਪੂਰੇ ਕਰ ਦਿੱਤੇ। ਸੋ ਸ਼ਾਮ ਦੇ ਸਮੇਂ ਸੋ ਰੱਖ ਕਰਕੇ ਆਪਣੇ ਸੋ ਜਾਂਗ ਦੇ ਉੱਤੇ ਤੇ ਨੌਵਾਂ ਦੇ ਨਾਲ ਇਹਨੇ ਬਚਨ ਲਏ ਸੀ ਨਾ ਕੋਈ ਸ਼ਸਤਰ ਤੇ ਅਸਤਰ ਮੈਨੂੰ ਮਾਰ ਨਾ ਸਕੇ। ਨੌਵਾਂ ਦੇ ਨਾਲ ਇਹਦਾ ਵੱਧ ਕੀਤਾ, ਅਜਿਹੇ ਨੌ ਬਣਾ ਲੈਣਾ ਕੀਤੇ। ਧਰਤੀ ਤੋਂ ਉੱਤੇ ਰੱਖਿਆ, ਨਾ ਧਰਤੀ ਤੇ ਨਾ ਆਕਾਸ਼ ਵਿੱਚ ਸੀ, ਤੇ ਨਾ ਭਾਈ ਦਿਨੇ ਸੀ ਤੇ ਨਾ ਰਾਤ ਦਾ ਸਮਾਂ ਸੀ। ਕਹਿਣ ਲੱਗੇ ਤੇਰਾ ਸਭ ਕੁਝ ਹੀ ਪੂਰਾ ਕਰ ਦਿੱਤਾ, ਜਿਹੜਾ ਤੇਰੇ ਨਾਲ ਬਚਨ ਕੀਤਾ ਸੀ ਉਹ ਵੀ ਪੂਰੇ ਕਰ ਰਹੇ ਹਾਂ। ਪਰ ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ, ਧੁਰ ਤੋਂ ਹੀ ਆਪ ਜੀ ਭਗਤਾਂ ਦੀ ਰੱਖਿਆ ਕਰਦੇ ਆਏ ਹੋ। ਪ੍ਰਹਿਲਾਦ ਜਨ ਤੁਧ ਰਾਖ ਲੀਏ ਹਰ ਜੀਓ। ਇਹ ਮਹਾਰਾਜ ਜੀ ਆਪ ਜੀ ਨੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨਾ ਕੀਤੀ ਹੈ। ਹਰਨਾਖਸ ਮਾਰ ਪਚਾਇਆ, ਹਰਨਾਕਸ਼ ਨੂੰ ਮਾਰ ਕਰਕੇ ਨਰਕਾਂ ਚ ਪਹੁੰਚਾ ਦਿੱਤਾ ਹੈ ਜੀ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਓ। ਸੋ ਮਹਾਰਾਜ ਆਪ ਜੀ ਦੇ ਜਿਹੜੇ ਪਿਆਰੇ ਗੁਰਸਿੱਖ ਹਨ, ਜਿਨ੍ਹਾਂ ਦਾ ਮੁੱਖ ਆਪ ਜੀ ਦੇ ਚਰਨਾਂ ਵੱਲ ਹੀ ਲੱਗਾ ਰਹਿੰਦਾ, ਜਿਹੜੇ ਆਪ ਜੀ ਦੇ ਚਰਨਾਂ ਤੋਂ ਬਿਨਾਂ ਹੋਰ ਕੋਈ ਪ੍ਰਤੀਤ, ਜਿਨ੍ਹਾਂ ਨੂੰ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ, ਉਹਨਾਂ ਨੂੰ ਮਹਾਰਾਜ ਪ੍ਰਤੀਤ ਹੈ ਗੁਰਮੁਖਾਂ ਨੂੰ। ਆਪ ਜੀ ਦਲ ਭੰਜਨ ਸੂਰਮੇ ਹੋ, ਇਹ ਪ੍ਰਤੀਤ ਆਵੇਗੀ ਕਿਨੂੰ? ਕਈਆਂ ਨੂੰ ਇਹ ਬਚਨ ਭਾਉਣੇ ਨਹੀਂ, ਕਈਆਂ ਨੂੰ ਇਹ ਬਚਨ ਵੀ ਸਤਿਗੁਰੂ ਸਾਹਿਬ ਜੀ ਦੇ ਚੰਗੇ ਨਹੀਂ ਲੱਗਣੇ। ਜਿਵੇਂ ਮੂਰਖ ਆਮ ਕਹਿ ਦਿੰਦਾ ਰੱਬ ਨੇੜੇ ਤੇ ਕਸੁੰਨ, ਤੇ ਮੂਰਖ ਤੋਂ ਮੂਰਖ ਨੇ ਸੁਣ ਕੇ ਕਹਿ ਦਿੱਤਾ, ਕਹਿਣ ਲੱਗਾ ਕਸੋਨੀ ਨੇੜੇ ਆ, ਰੱਬ ਬੌੜੇ ਭਾਵੇਂ ਨਾ ਬੌੜੇ। ਪਰ ਸੱਜਣੋ ਪਰਮੇਸ਼ਰ ਵਾਹਿਗੁਰੂ ਗੁਰਮੁਖਾਂ ਨੂੰ ਪੁੱਛੋ, ਕਹਿਣ ਲੱਗੇ ਕਹਿ ਕਬੀਰ ਹਾਥ ਪੈ ਨੇੜੇ, ਕਹਿੰਦੇ ਹੱਥਾਂ ਤੋਂ ਵੀ ਨੇੜੇ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਇੱਕ ਗੁਰਮੁਖੀ ਹਨ ਆਪ ਜੀ ਦੇ ਪਿਆਰੇ, ਉਹਨਾਂ ਨੂੰ ਮਹਾਰਾਜ ਇਹ ਯਕੀਨ ਹੈ ਆਪ ਜੀ ਦਲ ਭੰਜਨ ਹੋ, ਆਪ ਜੀ ਬਖਸ਼ਿਸ਼ ਕਰਨ ਵਾਲੇ ਹੋ। ਮਨਮੁਖ ਭਰਮ ਭੁਲਾਇਆ, ਤੇ ਮਨਮੁਖ ਭਰਮ ਵਿੱਚ ਭੁੱਲੇ ਹੋਏ ਹਨ। ਐਵੇਂ ਪ੍ਰਤੀਤ ਹੋ ਰਿਹਾ ਕਿ ਸਭ ਕੁਝ ਅਸੀਂ ਕਰਨਾ ਹੈ, ਰੱਬ ਖਬਰੇ ਕੁਝ ਕਰ ਸਕਦਾ ਜਾਂ ਨਹੀਂ ਕਰ ਸਕਦਾ, ਐਵੇਂ ਭੁਲੇਖਾ ਹੀ ਪਾਇਆ ਨਾ। ਆ ਹੁਣ ਵੀ ਕਈ ਇਹੋ ਜਿਹੇ ਭਰਾ ਤੁਰੇ ਫਿਰਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ। ਤੇ ਸਤਿਗੁਰੂ ਸਾਹਿਬ ਜੀ ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖੋ ਗੁੱਸਾ ਨਾ ਕਰੋ, ਇਹ ਭਰਮ ਚ ਭੁੱਲੇ ਹੋਏ ਨੇ। ਪਰਮੇਸ਼ਰ ਵਾਹਿਗੁਰੂ ਨੇ ਇਹਨਾਂ ਨੂੰ ਭਰਮ ਵਿੱਚ ਪਾ ਕਰਕੇ ਭੁਲਾਇਆ ਹੋਇਆ ਹੈ ਆਪਣੇ ਆਪ। ਬੜੀ ਵੱਡੀ ਬਖਸ਼ਿਸ਼ ਹੈ। ਜੇ ਚੇਤੇ ਹੈ ਕਿ ਪਰਮੇਸ਼ਰ ਸਭ ਕੁਝ ਕਰ ਰਿਹਾ ਹੈ ਤੇ ਫਿਰ ਮੰਨੋ ਕਿ ਅਸੀਂ ਗੁਰਮੁਖਾਂ ਦੀ ਸ਼੍ਰੇਣੀ ਚ ਆ ਗਏ। ਤੇ ਜੇ ਮਨ ਨੂੰ ਇਹ ਖਿਆਲ ਆ ਗਿਆ ਕਿ ਸਭ ਕੁਝ ਮੈਂ ਕਰਦਾ ਤੇ ਫਿਰ ਇਹ ਜਾਣ ਲਈਏ ਕਿ ਭਰਮ ਵਿੱਚ ਪਏ ਹੋਏ ਹਾਂ, ਭਲੇਖੇ ਚ ਪੈ ਗਏ ਹਾਂ। ਮਹਾਰਾਜ ਕਹਿੰਦੇ ਇਹ ਪਰਮੇਸ਼ਰ ਨੇ ਭਰਮ ਚ ਹੀ ਪਾਏ ਹੋਏ ਹਨ। ਹਰ ਜੀ ਇਹ ਤੇਰੀ ਵਡਿਆਈ, ਇਹ ਅਕਾਲ ਪੁਰਖ ਵਾਹਿਗੁਰੂ ਹਰੀ ਜੀ, ਇਹ ਆਪ ਜੀ ਦੀ ਪਾਵਨ ਵਡਿਆਈ ਹੈ। ਆਪ ਗੁਰਮੁਖਾਂ ਨੂੰ ਨਾਮ ਦੇਣ ਵਾਲੇ ਹੋ। ਜਿਵੇਂ ਆਪ ਜੀ ਨੇ ਦਿਨ ਕੀਤਾ ਹੈ ਤੇ ਨਾਲ ਰਾਤ ਵੀ ਬਣਾਈ, ਐਵੇਂ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਵੇਂ ਦਿਨ ਦੀ ਨਿਆਈ ਗੁਰਮੁਖਾਂ ਦੇ ਹਿਰਦਿਆਂ ਵਿੱਚ ਚਾਨਣ ਕੀਤਾ ਹੋਇਆ ਹੈ, ਉਵੇਂ ਮਨਮੁਖਾਂ ਦੇ ਹਿਰਦੇ ਵਿੱਚ ਅਗਿਆਨਤਾ ਰੂਪੀ ਹਨੇਰਾ ਵੀ ਕੀਤਾ ਹੋਇਆ ਹੈ। ਇਹ ਆਪ ਜੀ ਦੀ ਵਡਿਆਈ ਹੈ ਜਦੋਂ ਆਪ ਜੀ ਕਿਰਪਾ ਕਰਦੇ ਹੋ, ਕਿਸ ਨੂੰ ਆਪਣੀ ਗੁਰਮੁਖਤਾਈ ਬਖਸ਼ ਕਰਕੇ ਨਵਾਜ ਦਿੰਦੇ ਹੋ ਜੀ। ਭਗਤਾ ਕੀ ਪੈਜ ਰੱਖ ਤੂੰ ਸੁਆਮੀ, ਇਹ ਮਹਾਰਾਜ ਇਹੋ ਹੀ ਆਪ ਜੀ ਦੀ ਵੱਡੀ ਵਡਿਆਈ ਹੈ। ਆਪ ਜੀ ਆਪਣੇ ਭਗਤਾਂ ਦੀ ਪੈਜ ਰੱਖਦੇ ਆਏ ਹੋ। ਕਿਰਪਾ ਕਰੋ ਹੁਣ ਵੀ ਜਿਹੜੇ ਆਪ ਜੀ ਦੀ ਭਗਤੀ, ਸਿਮਰਨ ਭਗਤੀ, ਪ੍ਰੇਮਾ ਭਗਤੀ ਕਰਨ ਵਾਲੇ ਹਨ, ਉਹਨਾਂ ਦੀ ਆਪ ਜੀ ਪੈਜ ਰੱਖਣਾ ਕਰੋ ਜੀ। ਭਗਤ ਤੇਰੀ ਸਰਣਾਈ, ਆਪ ਜੀ ਦੇ ਪਿਆਰੇ ਭਗਤ ਜਨ ਜਿਹੜੇ ਹਨ ਉਹ ਆਪ ਜੀ ਦੀ ਸ਼ਰਨ ਵਿੱਚ ਹਨ। ਉਹਨਾਂ ਨੂੰ ਕੋਈ ਹੋਰ ਆਸ ਹੀ ਨਹੀਂ, ਉਹਨਾਂ ਨੇ ਕੋਈ ਹੋਰ ਸ਼ਰਨ, ਕੋਈ ਆਸਾ ਰੱਖੀ ਨਹੀਂ।
ਉਹ ਇੱਕੋ ਹੀ ਆਸ ਰੱਖਦੇ ਹਨ ਕਿ ਸਾਨੂੰ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਿਨਾ ਕੋਈ ਹੋਰ ਆਸ ਹੀ ਨਹੀਂ। ਜੇ ਭਾਈ ਹੋਰ ਆਸਾਵਾਂ ਹੁੰਦੀਆਂ ਤਾਂ ਫਿਰ ਬੀਬੀਆਂ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਵਾ ਕੇ ਤੇ ਆਪਣੇ ਗਲਾਂ 'ਚ ਹਾਰ ਨਾ ਪਵਾਉਂਦੀਆਂ। ਫਿਰ ਭਾਈ ਤਾਰੂ ਸਿੰਘ ਜੀ ਆਪਣਾ ਖੋਪਰ ਨਾ ਲਹਾਉਂਦੇ। ਇੱਕੋ ਹੀ ਆਸ ਹੈ ਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਤੋਂ ਬਿਨਾ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਹੋਰ ਕੁਝ ਦੂਸਰਾ ਚਿੱਤ ਦੇ ਨੇੜੇ ਆਉਣ ਹੀ ਨਹੀਂ ਦਿੰਦੇ। ਮਹਾਰਾਜ ਜਿਹੜੇ ਆਪ ਜੀ ਦੇ ਪਿਆਰੇ ਭਗਤ ਹਨ, ਉਹਨਾਂ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਭਗਤਾ ਨੋ ਜਮ ਜੋਹੇ ਨਾ ਸਾਕਾ। ਤੇ ਭਗਤਾਂ ਤੇ ਕੀ ਬਖਸ਼ਿਸ਼ ਹੈ? ਮਹਾਰਾਜ ਕਹਿੰਦੇ ਭਗਤਾਂ ਨੂੰ ਜਿਹੜੇ ਧਰਮ ਰਾਜੇ ਦੇ ਦੂਤ ਜਮ ਹਨ, ਉਹ ਜੋ ਵੀ ਨਹੀਂ ਸਕਦੇ, ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੇ। ਕਿਉਂ? ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਜਮਾਂ ਨੂੰ ਸੁਨੇਹਾ ਲਾਇਆ ਹੋਇਆ ਕਿ ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਿਮਰਨ ਭਗਤੀ ਬੰਦਗੀ ਕਰਦੇ ਹਨ, ਧਰਮ ਰਾਜੇ ਦੇ ਦੂਤੋ ਉੱਥੋਂ ਦੀ ਨੇੜੇ ਦੀ ਵੀ ਨਾ ਲੰਘ ਜਾਏ। ਇਸ ਕਰਕੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਜਿਹੜੇ ਜੰਮ ਹਨ, ਜਿਸ ਜੰਮ ਦਾ ਸਾਰੇ ਸੰਸਾਰ ਨੂੰ ਖਤਰਾ ਪਿਆ ਹੋਇਆ ਹੈ, ਉਹਨਾਂ ਦੀ ਜੋਹ ਵੀ ਨਹੀਂ ਲੱਗਦੀ ਜੀ। ਕਾਲ ਨਾ ਨੇੜਾ ਜਾਈ। ਕਾਲ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ, ਮੌਤ ਉਹਨਾਂ ਦੇ ਨੇੜੇ ਨਹੀਂ ਜਾ ਸਕਦੀ। ਉਹ ਭਾਈ ਆਪਣੀ ਮੌਜ ਵਿੱਚ ਹੀ ਸੰਸਾਰ ਤੇ ਆਉਂਦੇ ਹਨ, ਆਪਣੀ ਮੌਜ ਵਿੱਚ ਹੀ ਸੰਸਾਰ ਤੋਂ ਚਲੇ ਜਾਂਦੇ। ਜਿਵੇਂ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਕਾਰਜਕਾਰੀ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਗੁਰਮੁਖ ਮਹਾਂਪੁਰਖਾਂ ਦੇ ਪਾਸ ਦਾਸ ਨੇ ਲੰਮਾ ਸਮਾਂ ਰਹਿ ਕਰਕੇ ਜਿਨ੍ਹਾਂ ਗੁਰਮੁਖ ਮਹਾਂਪੁਰਖਾਂ ਦੀ ਸੰਗਤ ਕੀਤੀ। ਕਿਹੋ ਜਿਹਾ ਜੀਵਨ ਹੁੰਦਾ ਹੈ ਮਹਾਂਪੁਰਖਾਂ ਦਾ, ਕਾਲ ਕਿਵੇਂ ਨੇੜੇ ਨਹੀਂ ਜੀ। ਜਿਸ ਸਮੇਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸਰੀਰ ਤਿਆਗਣ ਲੱਗੇ, ਉਸ ਸਮੇਂ ਬਾਬਾ ਠਾਕੁਰ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਆਖਿਆ, ਕਹਿਣ ਲੱਗੇ, ਭਾਈ ਠਾਕੁਰ ਸਿਆਂ, ਤੇਰਾ ਜਨਮ ਸਾਡੀ ਸੇਵਾ ਵਾਸਤੇ ਸੀ। ਤੂੰ ਗੁਰਸਿੱਖਾ ਬੜੀ ਰੱਜ ਰੱਜ ਕੇ ਸਾਡੀ ਸੇਵਾ ਕੀਤੀ ਹੈ, ਚੱਲ ਤੈਨੂੰ ਸੱਚਖੰਡ ਨਾਲ ਲੈ ਚੱਲੀਏ। ਉਸ ਸਮੇਂ ਬੇਨਤੀ ਕੀਤੀ, ਮਹਾਂਪੁਰਖੋ ਆਪ ਜੀ ਦੀ ਸੇਵਾ ਬੜੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਬੜੀ ਰੱਜ ਕੇ ਆਪ ਜੀ ਦੀ ਸੇਵਾ ਕਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ, ਪਰ ਚਿੱਤ 'ਚ ਬੜੀ ਰੀਝ ਹੈ ਕਿ ਮੈਂ ਟਕਸਾਲ ਦੇ ਸਿੰਘਾਂ ਦੀ ਵੀ ਸੇਵਾ ਕਰਾਂ। ਆਪ ਕਿਰਪਾ ਕਰੋ, ਕੁਝ ਕੁ ਸਮਾਂ ਹੋਰ ਦੇ ਦੇਵੋ, ਟਕਸਾਲ ਦੇ ਸਿੰਘਾਂ ਦੀ ਸੇਵਾ ਕਰਕੇ ਆਪ ਜੀ ਦੇ ਪਾਸ ਆਈਏ। ਉਸ ਸਮੇਂ ਮਹਾਂਪੁਰਖਾਂ, ਵੱਡੇ ਮਹਾਂਪੁਰਖਾਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ। ਕਹਿਣ ਲੱਗੇ, ਚੰਗਾ ਫਿਰ ਠਾਕੁਰ ਸਿਆਂ, ਤੇਰੇ ਤੇ ਕਾਲ ਦਾ ਕੁੰਡਾ ਨਹੀਂ ਹੈ, ਜਦੋਂ ਤੇਰਾ ਚਿੱਤ ਕਰੇਗਾ ਉਦੋਂ ਹੀ ਸੰਸਾਰ ਤੋਂ ਆ ਜਾਏਗਾ। ਐਸੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਹਨ, ਕਾਲ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਜਾ ਸਕਦੀ। ਉਹ ਕਾਲ ਦੀ ਫਾਂਸੀ ਤੋਂ ਵੀ ਪਰੇ ਹੋ ਜਾਂਦੇ ਹਨ ਤੇ ਰੱਜ ਰੱਜ ਕੇ ਮਹਾਂਪੁਰਖਾਂ ਨੇ ਸੇਵਾ ਕੀਤੀ। ਓੜਕ 2004 ਵਿੱਚ ਸੱਚਖੰਡ ਪਿਆਨਾ ਕੀਤਾ ਹੈ। ਐਸੀ ਸੇਵਾ ਸੰਭਾਲ ਕੀਤੀ, ਜਿਹਦੇ ਪਾਸ ਵੀ ਬੈਠ ਗਏ, ਜਿਹੜਾ ਵੀ ਮਹਾਂਪੁਰਖਾਂ ਦੇ ਪਾਸ ਚਲਾ ਗਿਆ, ਉਹ ਕਹਿੰਦਾ ਜਿੰਨਾ ਪਿਆਰ ਮੈਨੂੰ ਮਹਾਂਪੁਰਖ ਕਰਦੇ ਸਨ, ਦੂਸਰੇ ਕਿਸੇ ਨੂੰ ਕਰਦੇ ਹੀ ਨਹੀਂ ਸਨ। ਜੀਵਨ ਪਰਯੰਤ ਟਕਸਾਲ ਦੇ ਮੁਖੀ ਦੀ ਸੇਵਾ ਨਿਭਾਉਂਦਿਆਂ ਵੀ ਸਿੰਘਾਂ ਦੀ ਸੇਵਾ ਵਿੱਚ ਹੀ ਚਿੱਤ ਲਾ ਕਰਕੇ ਰੱਖਿਆ, ਹੋਰ ਕੁਝ ਕੀਤਾ ਹੀ ਨਹੀਂ। ਐਸੇ ਹਨ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਾਈ। ਕਾਲ ਵੀ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ, ਕਾਲ ਵੀ ਉਹਨਾਂ ਨੂੰ ਪਹੁੰਚ ਨਹੀਂ ਸਕਦਾ, ਕਾਲ ਵੀ ਪਰੇ ਹੈ ਜੀ। ਕੇਵਲ ਰਾਮ ਨਾਮ ਮਨ ਵਸਿਆ। ਮਹਾਰਾਜ ਇਹ ਕਿਵੇਂ ਹੋ ਗਿਆ ਜੀ? ਉਹਨਾਂ ਦੇ ਕੀ ਅਵਸਥਾ, ਉਹਨਾਂ ਦੀ ਕੀ ਪਾਈ? ਸੋ ਕਿਹੋ ਜੀ ਅਵਸਥਾ ਉਹਨਾਂ ਦੀ? ਕਹਿੰਦੇ ਭਾਈ ਕੇਵਲ ਰਾਮ ਨਾਮ ਮਨ ਵਸਿਆ। ਇੱਕ ਭਾਈ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਰਾਮ ਨਾਮ, ਰਾਮ ਰਮੰਤੀ ਰਾਮਾ, ਇਹ ਨਾਮ ਹੀ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਹੈ। ਇਹੋ ਜੀ ਅਵਸਥਾ ਹੈ ਮਹਾਂਪੁਰਖਾਂ ਦੇ। ਇੱਕ ਵਾਰੀ ਇੱਕ ਨਿਰਮਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਆਏ, ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕੀਤੇ ਕਰਕੇ ਤੇ ਸਿੰਘਾਂ ਨਾਲ ਬਚਨ ਕਰਨ ਲੱਗੇ। ਕਹਿਣ ਲੱਗੇ, ਸਿੰਘੋ ਇੰਨੀ ਉੱਚੀ ਅਵਸਥਾ ਹੈ ਮਹਾਂਪੁਰਖਾਂ ਦੇ, ਸੰਸਾਰੀ ਜੀਵਾਂ ਨੂੰ ਜਿਹੜਾ ਹੈ ਭਗਤੀ ਵਿੱਚ ਚਿੱਤ ਲਾਉਣ ਵਾਸਤੇ ਸਮਾਧੀ ਲਾਉਣੀ ਪੈਂਦੀ ਹੈ, ਪਰ ਕਹਿੰਦੇ ਮਹਾਂਪੁਰਖਾਂ ਨੂੰ ਹਮੇਸ਼ਾ ਹੀ ਸਮਾਧੀ ਵਿੱਚ ਹਨ, ਇਹਨਾਂ ਨੂੰ ਸਮਾਧੀ ਤੋੜ ਕੇ ਸਾਡੇ ਨਾਲ ਬਚਨ ਕਰਨੇ ਪੈਂਦੇ ਨੇ। ਇਹੋ ਜੀ ਅਵਸਥਾ ਹੈ ਮਹਾਂਪੁਰਖਾਂ ਦੀ।
ਕੇਵਲ ਪਰਮੇਸ਼ਰ ਵਾਹਿਗੁਰੂ ਦਾ ਰਾਮ ਦਾ ਨਾਮ ਹੀ ਮਨ 'ਚ ਵਸਿਆ ਹੋਇਆ ਹੈ। ਉੱਠਦਿਆਂ ਬੈਠਦਿਆਂ ਪਰਮੇਸ਼ਰ ਦੀ ਪ੍ਰੇਮਾ ਭਗਤੀ, ਆਪ ਰਸਨਾ ਦੁਆਰਾ ਜਾਪ ਵੀ ਕਰਨਾ, ਸਿੰਘਾਂ ਪਾਸੋਂ ਗੁਰਬਾਣੀ ਵੀ ਸੁਣਨੀ, ਇਹ ਅਵਸਥਾ ਹੈ ਜੀ। ਨਾਮੇ ਹੀ ਮੁਕਤ ਪਾਈ, ਤੇ ਨਾਮ ਕਰਕੇ ਭਾਈ ਉਹਨਾਂ ਨੇ ਮੁਕਤੀ ਨੂੰ ਪ੍ਰਾਪਤ ਕੀਤਾ ਹੈ ਜੀ। ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ, ਸੰਸਾਰ ਦੇ ਜੀਵ ਭੱਜੇ ਫਿਰਦੇ ਨੇ ਕਿ ਕਿਤੇ ਭਾਈ ਅੰਨ ਦੀ ਅਤੋੜਤਾ ਹੋ ਜਾਵੇ। ਗੁਰਦੇਵ ਕਹਿੰਦੇ ਭਾਈ ਰਿੱਧੀਆਂ ਜਿੰਨੀਆਂ ਹਨ ਅੰਨ ਦੀ ਅਤੋੜਤਾ ਹੋਣੀ, ਇਹ ਵੀ ਸਿੱਧ ਗੁਪਤ ਪ੍ਰਗਟ ਹੋ ਕਰਕੇ ਬੈਠ ਜਾਣਾ, ਇਹ ਸਿੱਧੀਆਂ ਵੀ ਉਹਨਾਂ ਦੇ ਭਾਈ ਚਰਨਾਂ ਦੇ ਵਿੱਚ ਦਾਸੀ ਸਰੂਪ ਹੋ ਕਰਕੇ, ਦਾਸਾ ਸਰੂਪ ਧਾਰਨ ਕਰਕੇ ਲੱਗੀਆਂ ਹੋਈਆਂ ਹਨ। ਉਹਨਾਂ ਦੀ ਸੇਵਾ ਵਿੱਚ ਹੀ ਰਹਿੰਦੀਆਂ ਨੇ। ਮਹਾਂਪੁਰਖੋ ਕਿਰਪਾ ਕਰੋ, ਇਹ ਭਗਤ ਜਣੋ ਕਿਤੇ ਸਾਡੇ ਪਾਸੋਂ ਵੀ ਸੇਵਾ ਲੈ ਲਵੋ। ਧੰਨ ਪਰਮੇਸ਼ਰ ਦੇ ਪਿਆਰੇ ਉਹਨਾਂ ਨੂੰ ਚਰਨਾਂ 'ਚ ਪਈਆਂ ਹੀ ਰਹਿਣ ਦਿੰਦੇ ਨੇ, ਸੇਵਾ ਦਿੰਦੇ ਹੀ ਨਹੀਂ। ਇਹੋ ਜੀ ਉਹਨਾਂ ਦੀ ਅਵਸਥਾ ਹੈ ਜੀ। ਗੁਰ ਕੈ ਸਹਿਜ ਸੁਭਾਈ, ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਸੁਤੇ ਹੀ ਇਹ ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਮਹਾਰਾਜ ਉਹਨਾਂ ਬੜੇ ਯਤਨ ਕੀਤੇ ਹੋਣਗੇ, ਉਹਨਾਂ ਭਗਤੀ ਤਾਂਹੀਓ ਕੀਤੀ ਹੋਵੇਗੀ ਕਿ ਇਹ ਸਾਨੂੰ ਮਿਲ ਜਾਣ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਕਹਿਣ ਲੱਗੇ ਨਹੀਂ ਭਾਈ, ਉਹਨਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ। ਪਰਮੇਸ਼ਰ ਨੇ ਸੁਭਾਵਕ ਹੀ ਸੁਤੇ ਹੀ ਭੇਜ ਦਿੱਤੀਆਂ, ਜਾਓ ਜੇ ਸਾਡੇ ਪਿਆਰਿਆਂ ਨੂੰ ਲੋੜ ਪਵੇਗੀ ਤੇ ਉਹਨਾਂ ਦੀ ਸੇਵਾ ਕਰ। ਪਰ ਉਹ ਗੁਰਮੁਖ ਪਿਆਰੇ ਧੰਨ ਗਰੀਬੀ ਵਿੱਚ ਵੀ ਜੀਵਨ ਕੱਟ ਕਰਕੇ ਤੇ ਅਜਿਹੀਆਂ ਜਿਹੜੀਆਂ ਦਾਤਾਂ ਮਿਲੀਆਂ ਹੋਈਆਂ ਨੇ ਉਹਨਾਂ ਨੂੰ ਚਿੱਤ ਦੇ ਨਾਲ ਹੀ ਨਹੀਂ ਲਾਉਂਦੇ। ਧੰਨ ਗੁਰੂ ਕੇ ਪਿਆਰੇ ਸਿੱਖਾਂ ਦੀ ਕਥਾ ਪੜ੍ਹੀਏ। ਗੁਰਸਿੱਖੋ ਧੰਨ ਹਨ ਗੁਰੂ ਕੇ ਸਿੱਖ। ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਪੜ੍ਹੀਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਪੰਡਤ ਆਇਆ, ਆਣ ਕੇ ਕਹਿਣ ਲੱਗਾ ਮਹਾਰਾਜ ਆਪ ਜੀ ਨੇ ਖਾਲਸੇ ਨੂੰ ਦਾਤਾਂ ਬੜੀਆਂ ਦਿੱਤੀਆਂ ਨੇ, ਸਾਡੇ ਤੇ ਵੀ ਕੋਈ ਦਾਤ ਦਵੋ, ਸਾਨੂੰ ਵੀ ਕੋਈ ਬਖਸ਼ਿਸ਼ ਕਰੋ। ਸਤਿਗੁਰੂ ਸਾਹਿਬ ਜੀ ਨੇ ਜਿੰਨੇ ਬਿਰਧ ਵਸਤਰ ਸਨ ਸਾਰਿਆਂ ਦੀ ਪੰਡ ਬੰਨ ਕੇ ਤੇ ਇਹ ਪੰਡਤ ਨੂੰ ਚੁਕਾ ਦਿੱਤੀ। ਕਹਿਣ ਲੱਗੇ ਲੈ ਪੰਡਤਾ ਤੈਨੂੰ ਆ ਦਿੱਤਾ ਸਭ। ਉਹ ਪੰਡਤ ਪੰਡ ਬੰਨ ਕੇ ਤੁਰਿਆ ਜਾਂਦਾ, ਅੱਗੇ ਗੁਰੂ ਕਾ ਖਾਲਸਾ ਬੜੇ ਸੁੰਦਰ ਸੋਹਣੇ ਵਸਤਰ, ਬੜੇ ਸੁੰਦਰ ਗਹਿਣੇ ਕਢਵਾ ਕਰਕੇ ਮਹਾਰਾਜ ਜੀ ਨੇ ਦਿੱਤੇ ਹੋਏ ਨੇ, ਪਾ ਕੇ ਵਿਚਰ ਰਿਹਾ ਹੈ। ਵੇਖਿਆ ਪੰਡਤ ਗੁਰੂ ਘਰ ਚੋਂ ਪੰਡ ਚੁੱਕੀ ਜਾਂਦਾ ਹੈ। ਸੋ ਆਵਾਜ਼ ਮਾਰ ਲਈ, ਕਹਿੰਦੇ ਪੰਡਤਾ ਕਿੱਥੋਂ ਆਇਆ? ਕਹਿੰਦੇ ਗੁਰੂ ਸਾਹਿਬ ਜੀ ਦੇ ਪਾਸੋਂ। ਹਾਂ ਸਿਰ ਤੇ ਕੀ ਰੱਖਿਆ? ਕਹਿੰਦਾ ਜੀ ਗੁਰੂ ਸਾਹਿਬ ਦੀਆਂ ਬਖਸ਼ਾਂ ਹਨ। ਖਾਲਸਾ ਕਹਿਣ ਲੱਗਾ ਇੱਥੇ ਰੱਖ ਓਏ, ਗੁਰੂ ਕੀਆਂ ਬਖਸ਼ਾਂ ਤੇ ਕੇਵਲ ਸਾਡਾ ਹੱਕ ਹੈ, ਕੋਈ ਹੋਰ ਖੜ ਹੀ ਨਹੀਂ ਸਕਦਾ। ਉਸ ਸਮੇਂ ਸਾਰੇ ਵਸਤਰ ਉਹਦੇ ਪਾਸੋਂ ਰਖਾ ਲਏ ਤੇ ਆਪਣੇ ਜਿਹੜੇ ਸੁੰਦਰ ਵਸਤਰ ਪਹਿਨੇ ਹੋਏ ਸਨ ਸਾਰੇ ਲਾ ਕਰਕੇ ਪੰਡਤ ਨੂੰ ਦੇ ਦਿੱਤੇ। ਕਹਿੰਦੇ ਆ ਲੈ ਜਾ, ਆ ਸਾਡੇ ਪਾਸ ਜਿੰਨਾ ਧਨ ਹੈ ਸਭ ਕੁਝ ਲੈ ਜਾ, ਪਰ ਇਹ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਬਿਰਧ ਬਾਣੇ ਹਨ ਇਹ ਸਾਰੇ ਹੀ ਸਾਨੂੰ ਦੇ ਜਾ, ਇਹ ਨਹੀਂ ਤੈਨੂੰ ਅਸੀਂ ਖੜਨ ਦੇ। ਸਤਿਗੁਰੂ ਸਾਹਿਬ ਜੀ ਨੇ ਵੇਖਿਆ ਗੁਰੂ ਕਾ ਖਾਲਸਾ ਉਹ ਪੁਰਾਤਨ ਵਸਤਰ ਪਾ ਕੇ ਤੁਰਿਆ ਫਿਰਦਾ। ਉਸ ਸਮੇਂ ਮਹਾਰਾਜ ਜੀ ਨੇ ਪ੍ਰੇਮ ਚਾਣ ਕੇ ਬਚਨ ਕੀਤੇ, ਧੰਨ ਹੋ ਖਾਲਸਾ ਜੀ ਆਪ ਜੀ, ਅਸੀਂ ਆਪਣੇ ਘਰ ਦੀ ਗਰੀਬੀ ਇਹ ਪੰਡਤ ਨੂੰ ਦਿੱਤੀ ਸੀ, ਤੁਸੀਂ ਸਾਡੀ ਗਰੀਬੀ ਵੀ ਆਪਣੇ ਘਰ ਵਿੱਚ ਹੀ ਰੱਖ ਲਈ, ਤੁਸੀਂ ਇਹ ਵੀ ਬਾਹਰ ਨਹੀਂ ਜਾਣ ਦਿੱਤੀ, ਤੁਸੀਂ ਧੰਨ ਹੋ। ਇਸ ਕਰਕੇ ਭਾਈ ਗੁਰੂ ਸਾਹਿਬ ਜੀ ਦੇ ਪਿਆਰੇ ਜਿਹੜੇ ਭਗਤ ਹਨ ਗੁਰੂ ਕਾ ਖਾਲਸਾ, ਉਹਨੇ ਭਗਤੀ ਰਿੱਧੀਆਂ ਸਿੱਧੀਆਂ ਵਾਸਤੇ ਨਹੀਂ ਕੀਤੀ। ਰਿੱਧੀਆਂ ਸਿੱਧੀਆਂ ਤੇ ਸੁਤੇ ਹੀ, ਭਾਵੇਂ ਉਹ ਪਾਟੇ ਵਸਤਰਾਂ 'ਚ ਵੀ ਤੁਰੇ ਫਿਰਨਾ, ਕਿਤੇ ਸੁਤੇ ਸਿੱਧ ਬਚਨ ਕਰ ਜਾਣ ਤੇ ਪੂਰੇ ਹੋ ਜਾਂਦੇ ਹਨ। ਇਹੋ ਜਿਹੀਆਂ ਉਹਨਾਂ ਦੀ ਸੇਵਾ ਵਿੱਚ ਹੀ ਸਾਰੀਆਂ ਲਾਈਆਂ ਹੋਈਆਂ ਨੇ। ਸਤਿਗੁਰੂ ਸਾਹਿਬ ਜੀ ਨੇ ਸੁਤੇ ਸਿੱਧੀ ਸਹਿਜ ਸੁਭਾਅ ਹੀ ਉਹਨਾਂ ਦੀ ਸੇਵਾ ਵਿੱਚ ਹਨ ਜੀ। ਮਨ ਮੁਖਾ ਨੋ ਪ੍ਰਤੀਤ ਨਾ ਆਵੇ। ਮਹਾਰਾਜ ਕਹਿੰਦੇ ਪਰ ਮਨਮੁਖਾਂ ਨੂੰ ਇਹ ਯਕੀਨ ਨਹੀਂ ਆਉਂਦਾ, ਮਨਮੁਖ ਇਸ ਯਕੀਨ ਤੋਂ ਵਾਂਝੇ ਹਨ ਜੀ। ਅੰਤਰ ਲੋਭ ਸੁਆਉ। ਕਾਰਨ ਕੀ ਹੈ? ਅੰਦਰ ਲੋਭ ਜੂ ਲੱਗਾ ਹੋਇਆ, ਪਦਾਰਥਾਂ ਦੇ ਲੋਭ ਵਿੱਚ ਲੱਗੇ ਹੋਏ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਸਿੱਖੀ ਤੇ ਐਸੀ ਪਿਆਰੀ ਗੁਰਸਿੱਖੀ ਤੇ ਜਿਸ ਗੁਰਸਿੱਖੀ ਨੂੰ ਧਾਰਨ ਕਰਕੇ ਗੁਰਸਿੱਖ ਗਰੀਬੀ ਦੀ ਪਰਵਾਹ ਨਹੀਂ ਕਰਦਾ। ਜਿਸ ਗੁਰਸਿੱਖੀ ਕਿੰਨੀ ਪਿਆਰੀ ਹੋਵੇਗੀ ਗੁਰਸਿੱਖੀ ਖਾਲਸਾ ਜੀ, ਕਿਤੇ ਗੁਰਦੇਵ ਕਿਰਪਾ ਕਰਨ ਉਹ ਗੁਰਸਿੱਖੀ ਦਾ ਕਿਣਕਾ ਭਾਰੀ ਸਾਡੇ ਹਿਰਦੇ 'ਚ ਵਸ ਜਾਵੇ। ਜਿਸ ਸਿੱਖੀ ਨੂੰ ਧਾਰਨ ਕਰਕੇ ਬੰਦ-ਬੰਦ ਤੇ ਕਟਵਾ ਲਏ ਜਾਂਦੇ ਨੇ, ਪਰ ਸੰਸਾਰ ਦੀ ਸਾਰੀ ਦੌਲਤ ਇੱਕ ਪਾਸੇ ਰੱਖ ਕਰਕੇ ਤੇ ਗੁਰੂ ਕੇ ਚਰਨਾਂ ਦਾ ਪਿਆਰ ਨਹੀਂ ਛੱਡਿਆ ਜਾਂਦਾ। ਮਹਾਰਾਜ ਕਹਿੰਦੇ ਪਰ ਭਾਈ ਮਨਮੁਖਾਂ ਨੂੰ ਐਸੀ ਪ੍ਰਤੀਤ, ਐਸਾ ਯਕੀਨ ਨਹੀਂ ਹੈ।
ਕਿਉਂਕਿ ਲੋਭ ਵਿੱਚ ਭੁੱਲੇ ਹੋਏ ਹਨ। ਅੰਦਰ ਲੋਭ ਜਿਹੜਾ ਹੈ, ਲਾਲਚ ਲੱਗਾ ਹੋਇਆ ਹੈ, ਲੋਭ ਹੀ ਹੈ ਨਾ ਜੀ ਭਾਈ। ਗੁਰਸਿੱਖੀ ਸਰਦਾਰੀ ਛੱਡ ਕੇ, ਕੇਸ ਕਤਲ ਕਰਾ ਕੇ ਤੇ ਵਿਦੇਸ਼ ਯਾਤਰਾ ਜ਼ਰੂਰ ਕਰਾਉਣੀ ਹੈ ਬੱਚਿਆਂ ਨੂੰ। ਸਾਡੇ ਬੱਚਿਆਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ। ਪਰ ਸੱਜਣੋ, ਚੇਤੇ ਰੱਖਿਆ ਜੇ ਗੁਰਸਿੱਖੀ ਘਰ ਵਿੱਚ ਨਾ ਰਹੀ ਤੇ ਬੱਚਿਆਂ ਦਾ ਜੀਵਨ ਕਦਾਚਿਤ ਸੌਖਾ ਹੋ ਹੀ ਨਹੀਂ ਸਕਦਾ। ਇੱਕੋ ਹੀ ਚੀਜ਼ ਹੈ ਜਿਹੜੀ ਘਰ ਵਿੱਚ ਸੁੱਖ ਵਰਤਾ ਸਕਦੀ, ਗੁਰੂ ਕਾ ਪਿਆਰ। ਤੇ ਜੇ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਪਿਆਰ ਹੀ ਨਾ ਰਿਹਾ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਬਾਪੂ ਨੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਨੇ, ਜੇ ਉਹ ਬਾਪੂ ਹੀ ਸਾਡਾ ਬਾਪੂ ਨਾ ਰਿਹਾ ਤਾਂ ਫਿਰ ਭਾਈ ਕਿੱਥੋਂ ਸੁੱਖ ਪਾਲ ਸਕਦੇ ਆ? ਨਹੀਂ ਪ੍ਰਾਪਤ ਹੋਵੇਗਾ। ਨਿੱਕੇ ਨਿੱਕੇ ਲਾਲਚਾਂ ਦੇ ਪਿੱਛੇ ਗੁਰਸਿੱਖੀ ਤੋਂ ਪਾਸੇ ਨਾ ਹੋਈਏ। ਪਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਮਨਮੁਖਾਂ ਨੂੰ ਪ੍ਰਤੀਤ ਨਹੀਂ ਆ ਰਹੀ ਜੀ, ਲੋਭ ਵਿੱਚ ਲੱਗੇ ਹੋਏ ਹਨ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ। ਕਾਰਨ ਕੀ ਹੈ? ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ, ਸਤ ਸੰਗਤ ਵਿੱਚ ਜਾ ਕਰਕੇ, ਗੁਰਮੁਖਾਂ ਦੀ ਸੰਗਤ ਵਿੱਚੋਂ ਸ਼ਬਦ ਦੁਆਰਾ ਆਪਣੇ ਹਿਰਦੇ ਨੂੰ ਵਿੰਨਣਾ ਨਹੀਂ ਕੀਤਾ। ਜਿਹੜਾ ਹਿਰਦਾ ਗੁਰਮੁਖਾਂ ਦੀ ਸੰਗਤ ਵਿੱਚ ਜਾ ਕਰਕੇ ਵਿੰਨਿਆ ਜਾਣਾ ਸੀ, ਇਹ ਸ਼ਬਦ ਦੁਆਰਾ ਜਿਹੜਾ ਹਿਰਦਾ ਵਿੰਨਿਆ ਜਾਣਾ ਸੀ, ਉਹ ਨਹੀਂ ਭੇਦਿਆ ਜੀ, ਨਹੀਂ ਵਿੰਨਿਆ ਗਿਆ ਜੀ। ਹਰ ਨਾਮ ਨਾ ਲਾਗਾ ਭਾਉ। ਤੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਭਾਉ ਪ੍ਰੇਮ ਨਹੀਂ ਲੱਗਾ ਜੀ। ਕੂੜ ਕਪਟ ਪਾਜ ਲਹਿ ਜਾਸੀ। ਕਹਿੰਦੇ ਭਾਈ ਪਰ ਦੂਸਰੇ ਪਾਸੇ ਝੂਠ ਬੋਲਣ ਦਾ ਜਿਹੜਾ ਸੁਭਾਅ ਬਣਿਆ ਹੋਇਆ ਹੈ, ਕਹਿੰਦੇ ਇਹ ਸਾਰਾ ਹੀ ਕਪਟ ਦਾ ਜਿਹੜਾ ਪਾਜ ਹੈ ਨਾ, ਇੱਕ ਛਿਣ ਵਿੱਚ ਹੀ ਪਰਮੇਸ਼ਰ ਲਾਹ ਕਰਕੇ ਰੱਖ ਦਿੰਦਾ ਹੈ। ਆਪਣੇ ਵੱਲੋਂ ਬੜੇ ਪਰਦੇ ਪਾ ਕੇ ਯਤਨ ਕਰਦਾ ਪਾਪ ਕਰਨ ਦੇ, ਕਹਿੰਦੇ ਇੱਕ ਛਿਣ ਵਿੱਚ ਹੀ ਲੱਥ ਜਾਂਦੇ ਹਨ। ਮਨਮੁਖ ਫੀਕਾ ਅਲਾਉ। ਇਹ ਮਨਮੁਖਾਂ ਦਾ ਫਿੱਕਾ ਹੀ ਅਲਾਪ ਹੈ। ਐਵੇਂ ਹੀ ਅਲਾਪ ਦੇ ਫਿਰਦੇ ਨੇ, ਅਹੰ ਬ੍ਰਹਮ ਅਸਮੀ, ਕੇ ਅਸੀਂ ਰੱਬ ਹਾਂ, ਕਿ ਭਾਈ ਇਹੋ ਹੀ ਰੱਬ ਹੈ। ਹੱਥੀ ਬਹੁਤੀ ਮਿਹਨਤ ਕਰ ਲਾ ਤੇ ਇਹੋ ਹੀ ਰੱਬ ਹੈ, ਤੇਰੇ ਕੰਮ ਆਪ ਹੀ ਤੂੰ ਕਰਦਾ, ਰੱਬ ਕੁਝ ਨਹੀਂ ਕਰਦਾ। ਕਹਿੰਦੇ ਫਿੱਕਾ ਹੀ ਅਲਾਪਣਾ ਹੈ। ਜੇ ਭਾਈ ਪਰਮੇਸ਼ਰ ਵਾਹਿਗੁਰੂ ਬਖਸ਼ਿਸ਼ ਨਾ ਕਰੇ, ਜੇ ਰਹਿਮਤ ਨਾ ਕਰੇ, ਤੇ ਬਹੁਤੀ ਕੀਤੀ ਹੋਈ ਮਿਹਨਤ ਵੀ ਸਫਲ ਨਹੀਂ ਹੁੰਦੀ। ਇਸ ਕਰਕੇ ਉਹਦੀ ਦਾਤ, ਜਿਹਨੂੰ ਆਪਣੇ ਬਜ਼ੁਰਗ ਆਮ ਕਿਆ ਕਰਦੇ ਸਨ, ਮਿਹਨਤ ਮੇਰੀ ਤੇ ਰਹਿਮਤ ਤੇਰੀ। ਮਿਹਨਤ ਕੀਤੀ ਵੀ ਤਾਂ ਸਫਲ ਹੈ ਜੇ ਸਤਿਗੁਰੂ ਸਾਹਿਬ ਜੀ ਰਹਿਮਤ ਕਰ ਦੇਣ। ਇੱਥੋਂ ਤੱਕ ਬਚਨ ਕਰ ਦਿੱਤੇ ਸਤਿਗੁਰੂ ਸਾਹਿਬ ਜੀ ਨੇ, ਸਾਧ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਕੀਤੀ ਵੀ ਉਹੋ ਹੀ ਸਫਲੀ ਹੈ ਜੇ ਸਤਿਗੁਰੂ ਸਾਹਿਬ ਜੀ ਦਾ ਮਨ ਮੰਨ ਜਾਵੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਜੇ ਸਤਿਗੁਰੂ ਸਾਹਿਬ ਜੀ ਦਾ ਮਨ ਮੰਨ ਜਾਵੇ ਤਾਂ ਸੇਵਾ ਕੀਤੀ ਵੀ ਸਫਲ ਹੈ। ਪਰ ਜਿਹੜੇ ਕਹਿੰਦੇ ਅਸੀਂ ਰੱਬ ਬਣ ਗਏ ਹਾਂ, ਕਹਿੰਦੇ ਇਹ ਮਨਮੁਖਾਂ ਦਾ ਫਿੱਕਾ ਹੀ ਅਲਾਪ ਹੈ ਜੀ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਇਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਭਗਤਾਂ ਵਿੱਚ ਆਪ ਹੀ ਵਰਤ ਰਹੇ ਹੋ ਜੀ। ਭਗਤੀ ਹੂ ਤੂੰ ਜਾਤਾ। ਭਗਤਾਂ ਨੇ ਮਹਾਰਾਜ ਆਪ ਜੀ ਦੀ ਭਗਤੀ ਹੂ ਵਿਸ਼ੇਸ਼ ਕਰਕੇ ਹਿਰਦੇ ਵਿੱਚ ਧਾਰਨ ਕਰਕੇ ਆਪ ਜੀ ਨੂੰ ਜਾਤਾ ਜਾਣ ਲਿਆ। ਉਹਨਾਂ ਵਿੱਚ ਆਪ ਜੀ ਕਿਉਂ ਵਰਤਦੇ ਹੋ? ਉਹਨਾਂ ਨੇ ਆਪ ਜੀ ਦੀ ਪ੍ਰੇਮਾ ਭਗਤੀ ਕਰਕੇ ਆਪ ਜੀ ਨੂੰ ਜਾਣ ਲੈਣਾ ਕੀਤਾ ਹੈ ਜੀ। ਅਥਵਾ ਜਾਤਾ ਆਪ ਜੀ ਨੂੰ ਪ੍ਰਗਟ ਹੀ ਕਰ ਲਿਆ ਹਿਰਦੇ ਘਰ ਵਿੱਚ। ਸਦੀਵ ਕਾਲ ਤੁਸੀਂ ਉਹਨਾਂ ਦੇ ਨਾਲ ਵਰਤ ਰਹੇ ਹੋ ਜੀ। ਮਾਇਆ ਮੋਹ ਸਭ ਲੋਕ ਹੈ ਤੇਰੀ। ਮਹਾਰਾਜ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਜਿਤਨੀ ਸ੍ਰਿਸ਼ਟੀ ਹੈ ਇਸ ਦੇ ਵਿੱਚ ਆਪ ਜੀ ਨੇ ਪਾਉਣਾ ਕੀਤਾ ਹੈ। ਕਿਸੇ ਨੂੰ ਕਾਮੀ, ਕਿਸੇ ਨੂੰ ਕ੍ਰੋਧੀ, ਕਿਸੇ ਨੂੰ ਲੋਭੀ, ਇਸ ਤਰੀਕੇ ਦੇ ਨਾਲ ਆਪ ਜੀ ਨੇ ਮੋਹ ਦੇ ਵਿੱਚ ਪਕੜ ਕਰਕੇ ਬੰਨਿਆ ਹੋਇਆ ਹੈ। ਇਹ ਸਾਰੀ ਸ੍ਰਿਸ਼ਟੀ ਵਿੱਚ ਆਪ ਜੀ ਨੇ ਇਹ ਮੋਹ ਵਰਤਾਉਣਾ ਕੀਤਾ ਹੈ ਜੀ। ਤੂੰ ਏਕੋ ਪੁਰਖ ਵਿਧਾਤਾ। ਇੱਕ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਵਿਧਾਤੇ, ਸਾਰੀਆਂ ਇਹਨਾਂ ਕਾਰਨਾਂ ਨੂੰ ਕਰਨ ਵਾਲੇ ਹੋ ਜੀ। ਹਉ ਮੈਂ ਮਾਰ ਮਨਸਾ ਮਨਹਿ ਸਮਾਣੀ। ਪਰ ਆਪਣੇ ਪਿਆਰੇ ਗੁਰਸਿੱਖਾਂ ਤੇ ਕੀ ਰਹਿਮਤ ਕੀਤੀ, ਉਹਨਾਂ ਦੀ ਹਉਮੈ ਮਾਰ ਦਿੱਤੀ ਹੈ, ਹੰਕਾਰ ਮਾਰ ਦਿੱਤਾ। ਹੰਕਾਰ ਮਾਰ ਕਰਕੇ ਜਿੰਨੀਆਂ ਮਨਸਾ ਸਨ, ਜਿੰਨੀਆਂ ਆਸਾਂ ਲੱਗੀਆਂ ਹੋਈਆਂ ਸਨ, ਸਾਰੀਆਂ ਹੀ ਮਨ ਦੇ ਵਿੱਚ ਹੀ ਸਮਾ ਦਿੱਤੀਆਂ ਨੇ, ਲੀਨ ਕਰ ਦਿੱਤੀਆਂ ਹਨ। ਉਹਨਾਂ ਨੂੰ ਸਾਰੀਆਂ ਨੂੰ ਪੂਰੀਆਂ ਹੀ ਕਰ ਦਿੱਤਾ ਹੈ, ਖਤਮ ਹੀ ਕਰ ਦਿੱਤਾ ਹੈ। ਇਹ ਹਉਮੈ ਮਾਰ ਦਿੱਤੀ ਆਪ ਜੀ ਨੇ ਆਪਣੇ ਪਿਆਰਿਆਂ ਦੀ। ਧੰਨ ਗੁਰੂ ਕੇ ਪਿਆਰੇ ਅਣਪਵ ਦੇ ਵਿੱਚੋਂ ਬਖਸ਼ਿਸ਼ ਕਰਕੇ ਦੱਸਦੇ ਹਨ। ਗੁਰਮੁਖਾਂ ਨੇ ਦੱਸਿਆ, ਇੱਕ ਦਿਨ ਵਿਚਾਰ ਕਰਦੇ ਹਾਂ,
ਕਹਿਣ ਲੱਗੇ ਭਾਈ ਵੇਖੋ ਸਤਿਗੁਰੂ ਸਾਹਿਬ ਜੀ ਕਿੰਨੇ ਵੱਡੀ ਬੇਅੰਤਾਈ ਹੈ ਪਰਮੇਸ਼ਰ ਵਾਹਿਗੁਰੂ ਦੇ। ਪਰਮੇਸ਼ਰ ਨੇ 4 ਵਕਾਰ ਪੈਦਾ ਕੀਤੇ ਆ, ਮਨੁੱਖ ਨੂੰ ਹੰਕਾਰ ਨਾ ਆ ਜਾ। ਕਿਤੇ ਉਹ ਨਹੀਂ ਸੀ ਪੜੇ ਇਹ ਅਰਥ ਸੁਣ ਕੇ ਮਨ ਭਤੀਜ ਗਿਆ। ਧੰਨ ਹੋ ਸਤਿਗੁਰੂ ਸਾਹਿਬ ਜੀ ਆਪ ਤੇ ਧੰਨ ਆਪ ਜੀ ਦੇ ਪਿਆਰੇ, ਆਪ ਜੀ ਦੀ ਬੰਦਗੀ ਭਗਤੀ ਕਰਨ ਵਾਲੇ, ਜਿਨ੍ਹਾਂ ਨੂੰ ਆਪ ਜੀ ਨੇ ਇਹ ਜਣਾ ਦਿੱਤਾ। ਵਿਚਾਰ ਕੀਤੀ ਵਾਕਿਆ ਹੀ ਇੱਕ ਹੰਕਾਰ ਹੀ ਹੈ ਜਿਹਦੇ ਨਾਲ ਲਿਖਿਆ ਗਿਆ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ। ਪਰ ਧੰਨ ਮਹਾਰਾਜ ਜੀ ਕਿਸੇ ਨੂੰ ਕਾਮੀ ਕਰਕੇ ਹੰਕਾਰ ਤੋਂ ਬਚਾ ਲਿਆ, ਕਿਸੇ ਨੂੰ ਕ੍ਰੋਧੀ ਕਰਕੇ, ਕਿਸੇ ਨੂੰ ਲੋਭੀ ਕਰਕੇ, ਕਿਸੇ ਨੂੰ ਮੋਹ ਚ ਪਾ ਕਰਕੇ। ਮਹਾਰਾਜ ਕਹਿੰਦੇ ਹਉਮੈ ਮਾਰ ਮਨਸਾ ਮਣੇ ਸਮਾਣੀ। ਹਉਮੈ ਹੰਕਾਰ ਜਿਹੜਾ ਮਾਰ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਪਿਆਰੇ ਗੁਰਸਿੱਖਾਂ ਦਾ ਜਿੰਨੀਆਂ ਮਨਸਾ ਸਨ, ਜਿੰਨੀਆਂ ਆਸਾਂ ਸਨ, ਸਮਾ ਦਿੱਤੀਆਂ ਹਨ ਜੇ। ਗੁਰ ਕੈ ਸ਼ਬਦ ਪਛਾਤਾ। ਕਿਵੇਂ ਜੀ? ਗੁਰ ਕੈ ਸ਼ਬਦ ਪਛਾਤਾ। ਜਦੋਂ ਗੁਰੂ ਸਾਹਿਬ ਜੀ ਦਾ ਸ਼ਬਦ ਗੁਰੂ ਕੇ ਪਿਆਰਿਆਂ ਨੇ ਜਪਿਆ ਨਾ, ਤਾਂ ਹਉਮੈ ਮਰੀ ਹੈ, ਤਾਂ ਹਉਮੈ ਦਾ ਨਾਸ ਹੋਇਆ ਹੈ। ਵਰਨਾ ਹੰਕਾਰ ਤਾਂ ਭਾਈ ਕਿਸੇ ਪਾਸਿਓਂ ਜੀਣ ਨਹੀਂ ਸੀ ਦਿੰਦਾ। ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮਾ ਭਗਤੀ ਕੀਤੀ, ਜਦੋਂ ਗੁਰੂ ਕੇ ਸ਼ਬਦ ਦੁਆਰਾ ਪਛਾਣ ਕੀਤੀ, ਜਦੋਂ ਗੁਰੂ ਕਾ ਸ਼ਬਦ ਨਾਮ ਜਪਿਆ, ਉਦੋਂ ਭਾਈ ਹਉਮੈ ਦਾ ਨਾਸ ਹੋ ਗਿਆ ਜੇ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ। ਕਹਿੰਦੇ ਅਚਨ ਚੇਤ ਹੀ ਪਰਮੇਸ਼ਰ ਵਾਹਿਗੁਰੂ ਅਚਨ ਚੇਤ ਹੀ ਉਹਨਾਂ ਦੇ ਕੰਮ ਕਰਦਾ ਫਿਰਦਾ। ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰੇ ਭਗਤਾਂ ਦੇ, ਜਿਵੇਂ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਹੈ, ਜਿਵੇਂ ਇਸੇ ਤਰੀਕੇ ਦੇ ਨਾਲ ਭਗਤ ਨਾਮਦੇਵ ਜੀ ਦੀ ਛੰਨ ਬੱਧੀ ਹੈ, ਜਿਵੇਂ ਭਗਤ ਧੰਨੇ ਦੀਆਂ ਗਾਵਾਂ ਚਰਾਈਆਂ ਹਨ, ਅਚਨ ਚੇਤ ਹੀ ਉਹਨਾਂ ਦੇ ਪਰਮੇਸ਼ਰ ਕੰਮ ਕਰਦਾ ਫਿਰਦਾ ਹੈ ਜੀ। ਜਿਨ ਹਰਿ ਕਾ ਨਾਮ ਪਿਆਰਾ। ਕਿੰਨਾਂ ਦੇ ਜੀ? ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ। ਉਹ ਫਿਰ ਕਹਿ ਦਿੰਦੇ, ਰੱਬ ਨੂੰ ਕਹਿ ਦਿੰਦੇ। ਰੱਬ ਨੇ ਪੁੱਛਿਆ ਹਾਂ ਧੰਨਿਆ ਦੱਸ ਕੀ ਕਰਨਾ ਹੈ? ਕਹਿਣ ਲੱਗੇ ਜੇ ਤੇ ਲੈਣੇ ਝੂਟੇ ਤੇ ਫਿਰ ਜਾ ਕੇ ਖੂਹ ਦੀ ਗਾੜੀ ਤੇ ਬਹਿ ਜਾ ਤੇ ਉੱਥੇ ਝੂਟੇ ਲੈ, ਤੇ ਜੇ ਫਿਰਨਾ ਤੁਰਨਾ ਤੇ ਜਾ ਕੇ ਰੱਬਾ ਨੱਕੇ ਲਾ ਲੈ। ਉਸ ਸਮੇਂ ਕਹਿਣ ਲੱਗੇ, ਕਹਿੰਦੇ ਜੇ ਤੂੰ ਜਾ ਕੇ ਹੂਟੇ ਲਵੇਂਗਾ ਤੇ ਤੂੰ ਕੀ ਕਰੇਂਗਾ ਖੂਹ ਦੇ ਮਣ ਤੇ ਬੈਠ ਕੇ? ਕਹਿਣ ਲੱਗੇ ਪਰਮੇਸ਼ਰ ਵਾਹਿਗੁਰੂ ਤੇਰੀ ਭਗਤੀ ਕਰਨੀ, ਹੋਰ ਕੀ ਕਰਨਾ? ਕਹਿੰਦੇ ਚੰਗਾ ਫਿਰ ਤੂੰ ਭਗਤੀ ਕਰ, ਤੇਰੇ ਨੱਕੇ ਆਪੇ ਮੋੜ ਦਿੰਦੇ ਆ। ਪਰ ਕਿੰਨਾਂ ਦੇ? ਜਿਨ੍ਹਾਂ ਨੂੰ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ, ਜਿਨ੍ਹਾਂ ਨੂੰ ਨਾਮ ਚੰਗਾ ਲੱਗਿਆ ਹੈ, ਉਹਨਾਂ ਨੂੰ ਨਹੀਂ। ਜਿਨ੍ਹਾਂ ਨੇ ਭਾਈ ਇਹ ਸੁਭਾਅ ਬਣਾ ਲਿਆ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਉਹਨਾਂ ਵਾਸਤੇ ਬਚਨ ਨਹੀਂ ਹਨ। ਇਹ ਉਹਨਾਂ ਲਈ ਹੀ ਹਨ ਜਿਨ੍ਹਾਂ ਨੂੰ ਭਾਈ ਜਿਨ ਹਰਿ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਲੱਗਾ ਹੈ ਜੀ। ਗੁਰ ਪ੍ਰਸਾਦ ਸਦਾ ਮਨ ਵਸਿਆ। ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਸਦਾ ਵਾਸਤੇ ਉਹਨਾਂ ਦੇ ਮਨ ਵਿੱਚ ਇਹ ਨਾਮ ਵਸਿਆ ਹੋਇਆ ਹੈ ਕਿ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਸਭ ਕਾਜ ਸਵਾਰਨ ਹਾਰਾ। ਕੈਸਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜੀ, ਸਾਰੇ ਹੀ ਕਾਰਜਾਂ ਨੂੰ ਸਵਾਰਨ ਵਾਲਾ ਹੈ, ਸਾਰੇ ਹੀ ਕਾਰਜਾਂ ਦੇ ਵਿੱਚ ਆਪ ਬਖਸ਼ਿਸ਼ ਕਰਨ ਵਾਲਾ ਹੈ। ਲੋਕ ਪੰਡਤਾਂ ਤੋਂ ਸਾਹੇ ਸਧਾਉਂਦੇ ਫਿਰਦੇ ਸਨ, ਧੰਨ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਜੀ ਆਪ ਜੀ ਦੇ ਗੁਰਸਿੱਖਾਂ ਦੇ ਘਰ ਵਿੱਚ ਕਾਰਜ ਹੋਣ ਤੇ ਆਪ ਜੀ ਦੇ ਸਿੱਖ ਕੀ ਕਰਨ ਭਲਾ? ਮਹਾਰਾਜ ਕਹਿੰਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਸਮਝਾਓ ਕਿਵੇਂ ਜੀ? ਕਹਿਣ ਲੱਗੇ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਇੱਕ ਭਾਈ ਪਰਮੇਸ਼ਰ ਵਾਹਿਗੁਰੂ ਦਾ ਹੀ ਆਸਰਾ ਹੈ, ਕੋਈ ਸਾਹਿਆਂ ਦੀ ਗਿਣਤੀ ਕਰਨ ਦੀ ਲੋੜ ਨਹੀਂ, ਨਾ ਭਜ ਪੰਡਤਾਂ ਦੇ ਪਿੱਛੇ। ਤੇਰਾ ਇੱਕੋ ਹੀ ਸਾਹਾ ਹੈ, ਤੇਰਾ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਬੈਠਾ ਹੋਇਆ ਹੈ। ਐਸਾ ਭਾਈ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਸਾਰੇ ਕਾਰਜ ਸਵਾਰਨ ਹਾਰਾ ਹੈ। ਦੁੱਖ ਸੁੱਖ ਦੇ ਵਿੱਚ ਦੋਵਾਂ ਹੀ ਥਾਵਾਂ ਤੇ ਉਹ ਰੱਖਿਆ ਕਰਨ ਵਾਲਾ ਹੈ। ਦੋਵਾਂ ਥਾਵਾਂ ਤੇ ਆਪਣੀ ਪ੍ਰੇਮਾ ਭਗਤੀ ਦੇ ਕਰਕੇ ਆਪਣੀ ਭੈ ਪਾਵਣੀ ਬਣਾਈ ਰੱਖਦੇ ਹਨ। ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ। ਪਰ ਜੇ ਕੋਈ ਯਤਨ ਕਰੇ ਨਾ ਕਿ ਨਕਲੀ ਬਣ ਜਾਵਾਂ, ਕੋਈ ਮੇਰੇ ਵਰਗਾ ਇਹ ਯਤਨ ਕਰੇ ਕਿ ਮੈਂ ਨਕਲੀ ਸੰਤ ਬਣ ਜਾਵਾਂ, ਸਾਧ ਬਣ ਜਾਵਾਂ, ਤੇ ਫਿਰ ਕਹਿੰਦੇ ਭਾਈ ਉਹ ਵਗੁੱਚੇ ਖਰਾਬ ਹੀ ਹੁੰਦਾ ਹੈ, ਖਰਾਬ। ਉਹ ਕਹਿੰਦੇ ਨਾ ਕੋਈ ਜੱਟਾਂ ਦਾ ਕਾਕਾ ਸੀ ਜ਼ਿਮੀਂਦਾਰਾਂ ਦਾ, ਤੇ ਉਹਨੇ ਸੋਚਿਆ ਕਿ ਸਾਧ ਬੜੇ ਚਿੱਟੇ ਕੱਪੜੇ ਪਾ ਕੇ ਤੁਰੇ ਫਿਰਦੇ ਨੇ ਤੇ ਨਾਲੇ ਹਾੜੀ ਸੌਣੀ ਤੋਂ ਬਚੇ ਰਹਿੰਦੇ ਨੇ। ਵਾਢੀਆਂ ਦੇ ਦਿਨ ਸੀ,
ਕਣਕ ਦੀਆਂ ਦੇ ਤੇ ਵਾਢੀ ਤੋਂ ਡਰਦਾ ਸਾਧ ਬਣ ਗਿਆ। ਸਾਧ ਕਹਿੰਦਾ ਸਾਧ ਪੁਣਾਈ ਚੰਗਾ, ਭਗਵੇ ਕੱਪੜੇ ਪਾਲੇ ਗੇਰੂ ਰੰਗੇ ਗਲ ਵਿੱਚ, ਕਹਿੰਦਾ ਮੰਗ ਕੇ ਖਾਣਾ, ਜਿੱਥੋਂ ਮਰਜ਼ੀ ਮੰਗ ਕੇ ਖਾ ਲਵਾਂਗੇ। ਇੱਕ ਘਰ ਦੇ ਅੱਗੇ ਜਾ ਕੇ ਅਲਖ ਜਗਾਈ, ਮਾਈ ਬਾਹਰ ਨਿਕਲੀ, ਕਹਿਣ ਲੱਗਾ ਮਾਤਾ ਕੁਝ ਭੁੱਖ ਲੱਗੀ ਏ, ਕੁਝ ਖਵਾ ਦੇ। ਕਹਿਣ ਲੱਗੀ ਬਾਬਾ ਜੀ ਬੈਠ ਜਾਓ, ਖਿਚੜੀ ਧਰੀ ਏ, ਤੁਹਾਨੂੰ ਉਹੀ ਖਵਾ ਦੇ। ਬੈਠ ਗਿਆ ਘਰ ਦੇ ਵਿੱਚ ਤੇ ਇੱਧਰ ਉੱਧਰ ਵੇਖੀ ਜਾਵੇ। ਹੁਣ ਸੁਭਾਅ ਤੇ ਸੀ ਨਾ ਨਕਲੀਆਂ ਵਾਲਾ ਹੀ, ਓੜਕ ਉਹ ਮਾਈ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਮਾਈ ਮੈਨੂੰ ਇੱਕ ਬੜੀ ਚਿੰਤਾ ਲੱਗ ਗਈ। ਕਹਿੰਦੇ ਕਿਉਂ, ਕੀ ਚਿੰਤਾ ਲੱਗੀ ਬਾਬਾ ਜੀ ਤੁਹਾਨੂੰ? ਕਹਿੰਦਾ ਮੈਂ ਵੇਖਿਆ ਏ ਤੁਹਾਡੇ ਘਰ ਦਾ ਦਰਵਾਜ਼ਾ ਛੋਟਾ ਜਿਹਾ ਤੇ ਮੱਝ ਤੁਹਾਡੀ ਆ ਜਿਹੜੀ ਮੈਂ ਆ ਬੜੀ ਵੱਡੀ ਹੈ, ਤੇ ਜੇ ਭਲਾ ਇਹ ਮਰ ਗਈ ਤੇ ਇਹਨੂੰ ਕੱਢੋਗੇ ਕਹਿ ਥਾਣੀ? ਉਹ ਕਹਿਣ ਲੱਗੀ ਤੇਰਾ ਬੇੜਾ ਬਹਿ ਜੇ, ਮੈਂ ਤੇਰੀ ਰੋਟੀ ਦਾ ਪ੍ਰਬੰਧ ਕਰਦੀ ਆ ਤੇ ਤੂੰ ਸਾਡੇ ਡੰਗਰ ਮਾਰਨ ਦੀ ਸੋਚੀ ਜਾਨਾ ਏ, ਸੋ ਜਾ ਭੱਜ ਜਾ ਇੱਥੋਂ, ਤੈਨੂੰ ਕੁਝ ਨਹੀਂ ਮਿਲਣਾ। ਕਹਿਣ ਲੱਗੀ ਚੰਗਾ ਮੈਂ ਤੇ ਜ਼ਬਾਨੋਂ ਕੱਢਿਆ ਹੀ ਹੋਇਆ ਨਾ ਵੀ ਤੈਨੂੰ ਕੁਝ ਨਾ ਕੁਝ ਦਵਾਂਗੀ, ਕਰ ਆਪਣੀ ਝੋਲੀ। ਉਹ ਜਿੰਨੀ ਜਿਹੋ ਜੀ ਖਿਚੜੀ ਬਣੀ ਸੀ ਨਾ ਉਹ ਚੁੱਕ ਕੇ ਤੇ ਉਹਦੀ ਝੋਲੀ 'ਚ ਲੱਦ ਦਿੱਤੀ। ਕਹਿਣ ਲੱਗੀ ਮੈਂ ਜ਼ਬਾਨੋਂ ਕੱਢਿਆ, ਮੈਂ ਕਦ ਲਈ ਕਰ ਰੱਖਾਂ ਹੁਣ? ਉਸ ਸਮੇਂ ਬਾਹਰ ਨੂੰ ਤੁਰਿਆ ਜਾਵੇ ਤੇ ਉਹ ਹੇਠਾਂ ਨੂੰ ਚੋਵੇ, ਉਹਦੀ ਜਿਹੜੀ ਪਿੱਛ ਸੀ। ਲੋਕਾਂ ਨੇ ਪੁੱਛਿਆ, ਕਹਿਣ ਲੱਗੇ ਸਾਦਾ ਹਾ ਕੀ ਚਾਹੁੰਦਾ? ਕਹਿੰਦਾ ਮੇਰੀ ਜ਼ਬਾਨ ਦਾ ਰਸ ਚਾਹੁੰਦਾ, ਜ਼ਬਾਨ ਦੇ ਰਸ। ਸੋ ਭਾਈ ਜੇ ਕੋਈ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਰੀਸ ਕਰਨੀ ਲੱਗ ਪਵੇ ਕਿ ਸ਼ਾਇਦ ਬਾਣੇ ਪਾ ਕੇ ਸਾਧ ਬਣ ਜਾਵਾਂਗਾ, ਆ ਟੇਡੀਆਂ ਮੇਡੀਆਂ ਪੱਗਾਂ ਬੰਨ ਕੇ ਸ਼ਾਇਦ ਮੈਨੂੰ ਕੋਈ ਸੰਤ ਕਹਿ ਲਵੇ, ਤੇ ਕਹਿੰਦੇ ਖਰਾਬ ਹੀ ਹੁੰਦਾ ਓੜਕ ਜੀ, ਉਹਦੇ ਪੱਲੇ ਕੱਖ ਨਹੀਂ ਪੈਂਦਾ ਜੇ। ਜਿਨ ਹਰ ਪ੍ਰਭ ਹੈ ਰਖਵਾਰਾ। ਦੂਸਰੇ ਪਾਸੇ ਕਿੰਨਾ ਦੀ ਜੀ, ਕਿੰਨਾ ਦੀ ਰੀਸ ਕਰਕੇ ਵਗੁੱਚੇ ਖਰਾਬ ਹੋਈਦਾ? ਜਿਨ੍ਹਾਂ ਦਾ ਰੱਬ ਰਾਖਾ ਹੈ, ਰੱਬ ਜਿਨ੍ਹਾਂ ਦਾ ਪਰਮੇਸ਼ਰ ਵਾਹਿਗੁਰੂ ਰਾਖਾ ਹੈ ਨਾ, ਉਹਨਾਂ ਦੀ ਰੀਸ ਕਰਨੀ ਸੱਜਣੋ ਸੌਖੀ ਨਹੀਂ। ਉਹ ਤੇ ਭਾਈ ਦੇਗ ਵਿੱਚ ਬੈਠ ਕੇ ਵੀ ਆਨੰਦ ਵਿੱਚ ਹਨ, ਉਹਨਾਂ ਦੇ ਸਿਰ ਤੇ ਆਰਾ ਫਿਰਦਾ ਹੈ ਤੇ ਜਪਜੀ ਸਾਹਿਬ ਭੁੱਲਦਾ ਨਹੀਂ। ਤੇ ਸੱਜਣੋ ਸਾਨੂੰ ਤੇ ਸੂਲ ਵੱਜ ਜਾਏ, ਸੂਲ ਤੇ ਡਾਡਾ ਨਿਕਲ ਜਾਂਦੀਆਂ ਨੇ, ਉਹਨਾਂ ਦੀ ਰੀਸ ਕਿਵੇਂ ਕਰ ਲਵਾਂਗੇ? ਨਹੀਂ ਕਰ ਸਕਦੇ। ਜਿਨ੍ਹਾਂ ਦਾ ਰੱਬ ਰਾਖਾ ਹੈ ਨਾ ਗੁਰਸਿੱਖੋ, ਉਹਨਾਂ ਦਾ ਕੋਈ ਸੰਸਾਰ ਤੇ ਜੰਮਿਆ ਨਹੀਂ, ਉਹਨਾਂ ਦੀ ਰੀਸ ਕਰ ਸਕੇ ਜੇ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ। ਬਿਨਾਂ ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਤੋਂ ਕੋਈ ਹੈ ਜੀ ਜਿਹਨੇ ਪਰਮੇਸ਼ਰ ਨੂੰ ਪਾ ਲਿਆ? ਪੂਰੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕਰਨ ਤੋਂ ਬਿਨਾਂ ਕਿਸੇ ਨੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਜੇ ਕੀਤਾ। ਸੇਵਾ ਕੀਤੀ ਸਾਹਿਬ ਬਾਬਾ ਮਰਦਾਨਾ ਜੀ ਨੇ, ਬਖਸ਼ਿਸ਼ ਹੋਈ। ਗੁਰੂ ਘਰ ਵਿੱਚ ਮਰਾਬਤਾ ਖੱਡਿਆ ਸਾਹਿਬ ਬਾਬਾ ਸ੍ਰੀ ਚੰਦ ਜੀ ਨੇ, ਬਖਸ਼ਿਸ਼ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੇਵਾ ਤੇ ਸਿਮਰਨ ਕੀਤਾ। ਭਾਈ ਪਾਰੋ ਜੀ ਨੇ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੋਈ, ਪਰਮੇਸ਼ਰ ਦੇ ਮਲਾਪੀ ਹੋ ਗਏ। ਜੇ ਸੱਜਣ ਠੱਗ ਵਰਗਿਆਂ ਨੇ ਗੁਰੂ ਕੀ ਸੇਵਾ ਕੀਤੀ ਤੇ ਉਹ ਉਧਰ ਗਏ, ਜੇ ਭੂਮੀਏ ਚੋਰ ਵਰਗਿਆਂ ਨੇ ਸੇਵਾ ਕੀਤੀ ਤੇ ਭਾਈ ਭਲਾ ਹੋ ਗਿਆ। ਪਰ ਕੋਈ ਹੋਰ ਸੰਸਾਰ ਤੇ ਦੱਸੋ ਖਾਂ, ਕੋਈ ਨਦਰੀ ਆਉਂਦਾ ਹੈ ਜਿਨਨੇ ਭਾਈ ਸਤਿਗੁਰੂ ਸਾਹਿਬ ਜੀ ਦੀ ਸੇਵਾ ਹੀ ਨਾ ਕੀਤੀ ਹੋਵੇ ਤੇ ਪ੍ਰਾਪਤੀ ਹੋ ਗਈ ਹੋਵੇ? ਨਹੀਂ ਹੋ ਸਕਦੀ ਜੀ। ਮਨਮੁਖ ਭੌਂਕ ਮੋਏ ਬਿਲ ਲਾਈ। ਕਹਿੰਦੇ ਮਨਮੁਖ ਜਿਹੜੇ ਨੇ ਉਹ ਭਾਈ ਕੂਕਰ ਦੀ ਤਰ੍ਹਾਂ ਭੌਂਕ ਭੌਂਕ ਕਰਕੇ ਮਰ ਗਏ ਹਨ, ਐਵੇਂ ਵਰਲਾਪ ਕਰਦੇ ਹੋਏ ਹੀ। ਆਵਹੇ ਜਾਵਹੇ ਠੌਰ ਨਾ ਪਾਵਹੇ। ਆਉਂਦੇ ਹਨ ਜਾਂਦੇ ਨੇ ਸੰਸਾਰ ਤੋਂ, ਜੰਮ ਕੇ ਮਰ ਕੇ ਠੌਰ ਟਿਕਾਣਾ ਨਹੀਂ ਪ੍ਰਾਪਤ ਹੁੰਦਾ ਜੀ। ਦੁਖ ਮਹਿ ਦੁਖ ਸਮਾਈ। ਕਹਿੰਦੇ ਦੁਖੀ ਸੰਸਾਰ ਤੇ ਰਹਿੰਦੇ ਨੇ, ਜੰਮਣ ਦਾ ਵੀ ਦੁੱਖ, ਮਰਨ ਦਾ ਵੀ ਦੁੱਖ, ਤੇ ਜਿੰਨਾ ਚਿਰ ਜਿਉਂਦੇ ਰਹੇ ਉਹਨਾਂ ਚਿਰ ਕਲਪੜਾਂ 'ਚ ਹੀ ਰਹੇ, ਉਹਨਾਂ ਚਿਰ ਇੱਕ ਦਿਹਾੜੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂ ਜੀ? ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਸੁਖ ਪ੍ਰਾਪਤ ਕਿਉਂ ਨਹੀਂ? ਕਹਿਣ ਲੱਗੇ ਗੁਰਸਿੱਖੋ, ਜੇ ਕੁਲ ਸਾਧ ਨਾ ਬੈਸੀ, ਹਰ ਕੀ ਪੂਜਾ ਨਾਹੇ, ਤੇ ਘਰ ਮਰਹਠ ਸਾਰਖੇ ਭੂਤ ਬਸੇ ਤਿਨ ਮਾਹੇ। ਜਿਸ ਕੁਲ ਦੇ ਵਿੱਚ ਕੋਈ ਸਾਧੂ ਸੰਤ ਮਹਾਤਮਾ ਪਰਮੇਸ਼ਰ ਦਾ ਪਿਆਰਾ ਆਣ ਕੇ ਨਹੀਂ ਬਹਿੰਦਾ, ਜਿੱਥੇ ਪਰਮੇਸ਼ਰ ਦੀ ਬੰਦਗੀ ਭਗਤੀ ਕੀਤੀ ਨਹੀਂ ਜਾਂਦੀ, ਮਹਾਰਾਜ ਕਹਿੰਦੇ ਘਰ ਮੜੀਆਂ ਵਰਗੇ ਨੇ। ਤੇ ਭਾਈ ਮੜੀਆਂ 'ਚ ਤੇ ਵਰਲਾਪ ਹੀ ਹੈ ਨਾ, ਰੋਣਾ ਧੋਣਾ ਹੀ ਹੈ ਨਾ। ਕਹਿੰਦੇ ਇਸ ਕਰਕੇ ਭਾਈ ਉਹ ਸਦਾ ਵਾਸਤੇ ਵਰਲਾਪ ਕਰਦੇ ਹੋਏ ਹੀ
ਇਹ ਸੰਸਾਰ ਤੋਂ ਚਲੇ ਗਏ, ਦੁੱਖ ਵਿੱਚ ਹੀ ਸਮਾਏ ਰਹਿੰਦੇ ਹਨ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ। ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ ਮਿੱਠੀ ਕਰਕੇ ਮੰਨਿਆ ਹੈ, ਜਿਨ੍ਹਾਂ ਨੂੰ ਚੇਤੇ ਆ ਗਿਆ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਕਹਿੰਦੇ ਉਹਨਾਂ ਨੇ ਫਿਰ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ। ਉਹਨਾਂ ਨੇ ਪ੍ਰਤੱਖ ਅੰਮ੍ਰਿਤ ਛਕ ਲਿਆ। ਦੁਨੀਆ ਦੇ ਲੋਕਾਂ ਨੇ ਪੁੱਛਿਆ, ਭਾਈ ਕਿੰਨਾ ਦਾ ਅੰਮ੍ਰਿਤ ਛਕ ਕੇ ਆਇਆ? ਨਿਹੰਗਾਂ ਦਾ, ਟਕਸਾਲੀਆਂ ਦਾ, ਅਕਾਲੀਆਂ ਦਾ, ਇਹ ਵੀ ਪੁੱਛਦੇ ਨਾ ਆਪਾਂ ਵੀ ਦੱਸਾਂ ਕਿੰਨਾ ਕੁ ਛਕ ਕੇ ਆਇਆ ਹੈ। ਗੁਰਮੁਖਾਂ ਨੇ ਕਹਿ ਦਿੱਤਾ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਕਹਿਣ ਲੱਗੇ ਮੈਂ ਤੇ ਕਲਗੀਆਂ ਵਾਲੇ ਦਾ ਪੁੱਤ ਬਣਿਆ, ਸਰਬੰਸਦਾਨੀ ਦਾ, ਮੈਂ ਇਹ ਪੁੱਛਿਆ ਹੀ ਨਹੀਂ ਸੱਜਣਾ। ਅੰਮ੍ਰਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਇਹ ਵੱਡੀ ਪੰਥ ਦੀ ਏਕਤਾ ਹੈ। ਗੁਰੂ ਕੇ ਖਾਲਸਾ ਜੀ ਅੰਮ੍ਰਿਤ 5 ਬਾਣੀਆਂ ਪੜ੍ਹ ਕੇ ਹੀ ਤਿਆਰ ਹੋਇਆ ਹੈ। ਇਸ ਕਰਕੇ ਮੈਂ ਨਹੀਂ ਜਾਣਦਾ ਕਿਹਦੇ ਪਾਸੋਂ, ਮੈਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛਕਿਆ ਹੈ। ਉਹਨਾਂ ਨੇ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੇ, ਉਹਨਾਂ ਨੇ ਅੰਮ੍ਰਿਤ ਪੀਤਾ ਹੈ ਜੀ। ਸਹਜੇ ਸਾਚ ਸਮਾਈ, ਉਹ ਸਹਜੇ ਹੀ ਸੱਚ, ਸੁਤੇ ਹੀ ਸੱਚ ਨਾਮ ਵਿੱਚ ਸਮਾ ਗਏ ਹਨ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ। ਕਹਿੰਦੇ ਭਾਈ ਜੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਭਗਤੀ ਨਾ ਕੀਤੀ, ਐਸੇ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਨਾ ਪੂਜਿਆ ਤੇ ਜੰਮਣ ਮਰਨ ਛੁੱਟਣਾ ਨਹੀਂ ਜੀ। ਜੇ ਅਨੇਕ ਕਰਮ ਕਰੈ ਅਧਿਕਾਈ, ਤੇ ਜੇ ਹੋਰ ਕਰਮ ਕਰਦਾ ਵੀ ਫਿਰੇ, ਜੇ ਭਾਈ ਭਲਾ ਅੰਮ੍ਰਿਤ ਨਾ ਛਕੇ, ਗੁਰੂ ਵਾਲਾ ਨਾ ਬਣੇ ਤੇ ਆਖੇ ਜੀ ਮੈਂ ਬਾਕੀ ਸਾਰੇ ਹੀ ਕੰਮ ਕਰਦਾ। ਮਹਾਰਾਜ ਕਹਿੰਦੇ ਭਾਈ ਜੇ ਗੁਰੂ ਕੀ ਆਗਿਆ ਨਹੀਂ ਨਾ ਮੰਨੀ ਤੇ ਜਿੰਨੇ ਮਰਜ਼ੀ ਕਰਮ ਕਰਦਾ ਫਿਰ, ਨਿਤ ਨਮਿਤ ਕਰਮ ਜਿੰਨੇ ਮਰਜ਼ੀ ਕਰਦਾ ਫਿਰ, ਗੱਲ ਬਣੇਗੀ ਨਹੀਂ। ਜੋ ਗੁਰ ਕਹੈ ਸੋਈ ਪਲ ਮਾਨੋ। ਜੋ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ ਨੇ, ਜੇ ਬਾਬੇ ਕਾਲੇ ਨੂੰ ਗੁਰੂ ਕੇ ਅੰਸ ਬੰਸ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ ਤੇ ਤੇਰੇ ਲਈ ਵੀ ਜ਼ਰੂਰੀ ਹੈ। ਜੇ ਸਾਹਿਬਜ਼ਾਦਿਆਂ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਤੇ ਤੇਰੇ ਲਈ ਵੀ ਜ਼ਰੂਰੀ ਹੈ। ਜੇ ਭਾਈ ਗੁਰੂ ਕੇ ਬੱਚਿਆਂ ਨੂੰ ਕੇਸ ਰੱਖਣੇ ਜ਼ਰੂਰੀ ਨੇ ਤੇ ਗੁਰਸਿੱਖਾ ਤੂੰ ਕਿਵੇਂ ਸੋਚਦਾ ਕੰਨਾਂ 'ਚ ਨੱਤੀਆਂ ਪਾ ਕੇ ਕਲਗੀਆਂ ਵਾਲਾ ਬਾਪੂ ਖੁਸ਼ ਹੋ ਜਾਵੇਗਾ? ਨਹੀਂ ਹੋਵੇਗਾ। ਜਿੰਨੇ ਮਰਜੀ ਹੋਰ ਕਰਮ ਕਰਦਾ ਫਿਰ। ਵੇਦ ਪੜ੍ਹੇ ਤੈ ਬਾਦ ਵਖਾਣ ਹੈ। ਮਹਾਰਾਜ ਹੋਰ ਦੱਸੋ ਜੀ। ਕਹਿੰਦੇ ਕੋਈ ਵੇਦ ਵੀ ਪੜ੍ਹਨ ਵਾਲਾ ਹੋ ਜਾਵੇ ਤੇ ਵਾਦ ਵਿਚਾਰ ਕਰਦਾ ਫਿਰਦਾ ਹੋਵੇ ਵੀ ਮੇਰੇ ਨਾਲ ਬਹਿ ਕੇ ਵਿਚਾਰ ਕਰ ਲਵੋ, ਮੈਂ ਦੱਸਾਂਗਾ ਗੁਰਸਿੱਖੀ ਐਵੇਂ ਨਹੀਂ ਐਵੇਂ ਹੈ। ਕਹਿੰਦੇ ਕੋਈ ਇਹੋ ਜੀਆਂ ਵਿਚਾਰਾਂ ਵੀ ਕਹਿੰਦਾ ਫਿਰਦਾ ਹੋਵੇ। ਬਿਨ ਹਰ ਪਤ ਗਵਾਈ, ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾ, ਗੁਰੂ ਕੀ ਆਗਿਆ ਤੋਂ ਬਿਨਾ, ਗੁਰੂ ਕੇ ਭੈ ਭਾਵਣੀ ਤੋਂ ਬਿਨਾ ਓੜਕ ਇੱਜ਼ਤ ਗਵਾਚ ਹੀ ਜਾਂਦੀ ਹੈ। ਸਾਰੇ ਓਏ ਓਏ ਕਰਕੇ ਹੀ ਬੁਲਾਉਂਦੇ ਹਨ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਸੱਚੇ ਹਨ ਸਤਿਗੁਰੂ ਸਾਹਿਬ ਜੀ, ਸੱਚੀ ਜਿਨ੍ਹਾਂ ਦੀ ਬਾਣੀ ਹੈ ਜੀ। ਭਜ ਛੂਟੇ ਗੁਰ ਸਰਣਾਈ, ਆਓ ਬਾਣੀ ਨਾਲ ਜੁੜ ਕਰਕੇ ਭਜ ਕਰਕੇ ਪੈ ਜਾਈਏ ਗੁਰਬਾਣੀ। ਇਸ ਬਾਣੀ ਸਤਿਗੁਰੂ ਸਾਹਿਬ ਸ਼ਬਦ ਗੁਰੂ ਦੇ ਚਰਨਾਂ ਵਿੱਚ, ਜਿਹੜਾ ਭਾਈ ਇਸ ਸੰਸਾਰ ਸਮੁੰਦਰ ਤੋਂ ਛਡਾਉਣ ਵਾਲੀ ਹੈ ਜੀ। ਇੱਕ ਬਾਣੀ ਹੈ ਜਿਸ ਬਾਣੀ ਦੇ ਨਾਲ ਲੱਗਣੇ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਜਿਨ੍ਹਾਂ ਦੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਮਨ ਵਿੱਚ ਵਸਿਆ ਹੋਇਆ ਹੈ ਉਹ ਸੱਚੇ ਹਨ। ਦਰ ਸਾਚਾ ਸਚਿਆਰਾ, ਕਿੱਥੇ ਜੀ? ਇਸ ਘਰ ਵਿੱਚ, ਇਹ ਥਾਂ ਤੇ ਵੀ ਸੱਚੇ ਹਨ, ਮਾਤ ਲੋਕ ਵਿੱਚ ਵੀ, ਜਿਨ੍ਹਾਂ ਦੇ ਹਰੀ ਮਨ ਚ ਵਸ ਗਿਆ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਮਨ ਚ ਵਸਾਈਏ, ਉਹ ਇੱਥੇ ਸੰਗਤ ਵਿੱਚ ਵੀ ਸੱਚੇ ਤੇ ਸੱਚਖੰਡ ਘਰ ਵਿੱਚ ਵੀ ਸਚਿਆਰ ਹੋ ਕਰਕੇ ਜਾਂਦੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕਹਿੰਦੇ ਪਹਿਲਾਂ ਯੁਗਾਂ ਵਿੱਚ ਵੀ ਉਹਨਾਂ ਦੀ ਸੋਭਾ ਵਡਿਆਈ ਹੋਈ ਹੈ ਜੀ। ਕੋਈ ਨਾ ਮੇਟਨ ਹਾਰਾ, ਕੋਈ ਹੈ ਜਿਹੜਾ ਉਹਨਾਂ ਦੀ ਵਡਿਆਈ ਨੂੰ ਮੇਟ ਸਕਦਾ ਹੋਵੇ? ਅਨੇਕਾਂ ਯਤਨ ਕਰ ਲਏ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਭਚੰਗੀ ਕਿਉਂ ਦਿੱਤਾ, ਪੁੱਤਰ ਕਿਉਂ ਦਿੱਤਾ, ਧੀ ਕਿਉਂ ਨਹੀਂ ਦਿੱਤੀ? ਅਨੇਕਾਂ ਬਕਵਾਸ ਕਰਨ ਵਾਲੇ ਆ ਗਏ, ਪਰ ਕੋਈ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਸੋਭਾ ਨੂੰ ਮਿਟਾ ਸਕੇ ਜੁਗਾ ਜਗੰਤਰਾਂ ਤੱਕ। ਜਿੰਨੇ ਚਿਰ ਤੱਕ ਇਹ ਧਰਤੀ ਆਕਾਸ਼ ਰਹੇਗਾ ਉਹਨਾਂ ਚਿਰ ਤੱਕ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਦੀ ਸੋਭਾ ਹੁੰਦੀ ਹੀ
ਰਹੇਗੀ ਜੀ। ਨਾਨਕ ਤਿਨ ਕੈ ਸਦ ਬਲਿਹਾਰਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਤੋਂ ਭਾਈ ਅਸੀਂ ਵਾਰਨੇ ਬਲਹਾਰਨੇ ਜਾਣੇ ਸਦਾ ਵਾਸਤੇ। ਜਿਨ ਹਰ ਰਾਖਿਆ ਉਰ ਧਾਰਾ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਅੱਜ ਅੰਮ੍ਰਿਤ ਵੇਲੇ ਦੇ ਹੁਕਮ ਦੁਆਰਾ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਸੰਗਤ ਜੀਓ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ। ਆਗਾਹਾਂ ਤੋਂ ਸਮਤ ਬਖਸ਼ਣੀ ਜੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ। ਦਰ ਸਾਚਾ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਏ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਹਾਰੈ। ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।